ਸਤਿ ਸ਼੍ਰੀ ਅਕਾਲ ਸਾਰੇ ਠੀਕ ਹੋ ਤੁਸੀਂ। ਹਾਂਜੀ ਗਾਇਸ, ਤਾਂ ਅੱਜ ਆਪਣੀ ਜਿਹੜੀ ਫਸਟ ਡੈਮੋ ਕਲਾਸ ਰਾਹਤ ਇੰਸਟੀਚਿਊਟ ਫਾਜ਼ਿਲਕਾ ਵੱਲੋਂ ਅਸੀਂ ਸਟਾਰਟ ਕਰ ਰਹੇ ਹਾਂ। ਠੀਕ ਹੈ, ਤਾਂ ਥੋੜੀ ਜੀ ਆਪਾਂ ਜਿਹੜੀ ਇਨਫੋਰਮੇਸ਼ਨ ਜਿਹੜੀ ਆਪਾਂ ਜਰਨਲ ਦੀ ਡਿਸਕਸ਼ਨ ਹੈ ਉਹ ਆਪਾਂ ਪਹਿਲੇ ਕਰ ਲਈਏ ਤਾਂ ਤੁਹਾਨੂੰ ਇਹ ਚੀਜ਼ ਕਲੀਅਰ ਹੋਏਗੀ ਕਿ ਰਾਹਤ ਇੰਸਟੀਚਿਊਟ ਲਗਭਗ ਪਿਛਲੇ 10 ਸਾਲ ਤੋਂ ਅਸੀਂ ਸਰਵਿਸਿਜ਼ ਜਿਹੜੀ ਹੈ ਫਾਜ਼ਿਲਕਾ ਦੇ ਵਿੱਚ ਦੇ ਰਹੇ ਹਾਂ। ਪਿਛਲੇ 10 ਸਾਲ ਤੋਂ ਅਸੀਂ ਜਿਹੜਾ ਕੰਪਿਊਟਰ ਲਾਈਨ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਅੱਛਾ ਇਸਟੈਬਲਿਸ਼ ਕੀਤਾ ਹੋਇਆ ਆਦੇ ਆਪ ਨੂੰ, ਜਿੰਦੇ ਚ ਅਸੀਂ ਲਾਈਕ ਲੈਂਗੁਏजेस ਹੋ ਗਿਆ, ਟੈਲੀ ਅਕਾਊਂਟਸ ਹੋ ਗਿਆ, ਲੈਂਗੁਏजेस ਹੋ ਗਈਆਂ ਆਪਣੀਆਂ, ਔਰ ਨੈਟ ਕੈਫੇਜ਼ ਦੀ ਸਰਵਿਸਿਜ਼ ਜਿਹੜੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਔਰ ਪਿਛਲੇ 10 ਸਾਲਾਂ ਤੋਂ ਅਸੀਂ ਟਾਈਪਿੰਗ ਔਰ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਾਫੀ ਅੱਛਾ ਜਿਹੜਾ ਰਿਜ਼ਲਟ ਹੈ ਉਹ ਦਿੱਤਾ ਹੋਇਆ ਹੈ। ਓਕੇ, ਤਾਂ ਅੱਗੇ ਥੋੜਾ ਜਿਹਾ ਆਪਾਂ ਡਿਸਕਸ਼ਨ ਵੱਲ ਚਲੀਏ ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੈ ਕਿ ਇਸ ਈਅਰ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਨੰਬਰ ਆਫ ਪੋਸਟ ਜਿਹੜੀਆਂ ਆਪਣੇ ਵਾਸਤੇ ਉਹ ਨਿਕਾਲੀਆਂ ਹੋਈਆਂ ਨੇ। ਆਪਣੇ ਕੋਲ ਆਪਾਂ ਨੂੰ ਜਿਵੇਂ ਕਲੀਅਰ ਹੈ ਕਿ ਜਿਹੜੀਆਂ ਪੋਸਟ ਨੇ ਆਪਣੇ ਕੋਲ ਪੰਜਾਬ ਕੋਆਪਰੇਟਿਵ ਬੈਂਕ ਦੀਆਂ ਪੋਸਟਾਂ, ਪੰਜਾਬ ਪਟਵਾਰੀ ਦੀਆਂ ਜਿਹੜਾ ਪੇਪਰ 2 ਮਈ ਨੂੰ ਹੋਣਾ ਸੀਗਾ ਉਹ ਪੋਸਟਪੋਨ ਕੀਤਾ ਗਿਆ ਹੈ, ਤਾਂ ਉਹ ਵੀ ਟਾਈਮ ਆਪਣੇ ਕੋਲ ਹੈਗਾ ਜਿਹੜਾ ਕਰਨ ਵਾਲਾ। ਨੈਕਸਟ ਆਪਣੇ ਕੋਲ ਪੰਜਾਬ ਜਿਹੜੀ ਲਾਇਬ੍ਰੇਰੀਅਨ, ਸਕੂਲ ਲਾਇਬ੍ਰੇਰੀਅਨ ਦੀਆਂ ਪੋਸਟਾਂ ਜਿਹੜੀਆਂ ਉਹ ਆਈਆਂ ਹੋਈਆਂ ਨੇ। ਤਾਂ ਆਪਣੇ ਕੋਲ ਜਿਹੜੀ ਹੁਣ ਜਿਹੜੀ ਮੇਨ ਪੋਸਟ ਮੈਂ ਭੁੱਲ ਗਿਆ, ਪੰਜਾਬ ਪੁਲਿਸ ਕਾਂਸਟੇਬਲ ਤੇ ਸਬ ਇੰਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਉਹ ਆਈਆਂ ਹੋਈਆਂ ਆਪਣੇ ਕੋਲੋਂ। ਜਿਹੜਾ ਲਿੰਕ ਹੈ ਉਹ ਲਗਭਗ ਕੁਝ ਇੱਕ ਵੀਕ ਦੇ ਅੰਦਰ ਅੰਦਰ ਕਹਿ ਰਿਹਾ ਕਿ ਨੋਟੀਫਿਕੇਸ਼ਨ ਜਿਹੜੀ ਆ ਜਾਏਗੀ ਉਹ ਸਟਾਰਟ ਹੋ ਜਾਏਗਾ। ਔਰ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਹੈ ਕੱਲ ਵੀ ਆਪਣੇ ਪੰਜਾਬ ਵਾਰਡ ਜਿਹੜੀਆਂ ਵਾਰਡਰਸ ਦੀਆਂ ਪੋਸਟ ਜਿਹੜੀਆਂ ਉਹ ਆਈਆਂ ਨੇ, ਲਗਭਗ 800 850 ਪੋਸਟ ਹੈ। ਤਾਂ ਹੁਣ ਸਰਕਾਰ ਨੇ ਆਪਾਂ ਨੂੰ, ਗਵਰਨਮੈਂਟ ਨੇ ਆਪਾਂ ਨੂੰ ਮੌਕਾ ਦਿੱਤਾ ਹੈ, ਉਹਨੂੰ ਗ੍ਰੈਬ ਕਿਵੇਂ ਕਰਨਾ ਹੈ, ਕਿਵੇਂ ਆਪਾਂ ਜਿਹੜੀ ਓਪਰਚੁਨਿਟੀ ਨੂੰ ਇੱਕ ਮੌਕੇ 'ਚ ਬਦਲਣਾ ਹੈ, ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਔਰ ਉਹ ਮੌਕੇ ਨੂੰ ਆਪਾਂ ਜਿਹੜਾ ਇੱਕ ਬਦਲਣਾ ਹੈ, ਉਹਦੇ 'ਚ ਇੱਕ ਛੋਟੀ ਜਿਹੀ ਜਿਹੜੀ ਕੋਸ਼ਿਸ਼ ਹੈ ਉਹ ਰਾਹਤ ਇੰਸਟੀਚਿਊਟ ਜਿਹੜਾ ਉਹ ਕਰ ਰਿਹਾ ਤੁਹਾਡੇ ਨਾਲ। ਤਾਂ ਅਸੀਂ ਆਨਲਾਈਨ ਕੋਚਿੰਗ ਜਿਹੜਾ ਸਟਾਰਟ ਕਰ ਰਹੇ ਹਾਂ। ਠੀਕ ਹੈ ਜੀ, ਅੱਜ ਆਪਣਾ ਜਿਹੜਾ ਫਸਟ ਲੈਕਚਰ ਹੋਏਗਾ, ਫਸਟ ਡੈਮੋ ਲੈਕਚਰ ਹੋਏਗਾ। ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੱਚਿਆਂ ਨਾਲ ਤੁਸੀਂ ਸ਼ੇਅਰ ਕਰੋ ਪਹਿਲੇ ਤਾਂ ਲਿੰਕ, ਜ਼ਿਆਦਾ ਤੋਂ ਜ਼ਿਆਦਾ ਬੱਚੇ ਜਿਹੜੇ ਤੁਸੀਂ ਜੋੜੋ, ਜੋ ਤੁਹਾਡੇ ਫਰੈਂਡਸ ਹੈਗੇ ਨੇ ਜੋ ਤਿਆਰੀ ਕਰਨਾ ਚਾਹੁੰਦੇ ਨੇ ਉਹ ਅੱਜ ਜੁੜਨ ਆਪਣੇ ਨਾਲ। ਠੀਕ ਹੈ, ਜਿਹੜੇ ਵੀ ਡਾਊਟਸ ਹੋਣਗੇ ਸਾਰੇ ਦੇ ਸਾਰੇ ਡਾਊਟਸ ਕਲੀਅਰ ਕਰਾਂਗਾ ਰਿਗਾਰਡਿੰਗ ਗਵਰਨਮੈਂਟ ਜੌਬਸ। ਆਪਾਂ ਨੂੰ ਕੀ ਡਾਊਟਸ ਨੇ, ਤਿਆਰੀ ਆਪਾਂ ਕਿਵੇਂ ਕਿਵੇਂ ਕਰਨੀ ਹੈ, ਠੀਕ ਹੈ ਨਾ, ਕਿਹੜੀ ਕਿਹੜੀ ਚੀਜ਼ਾਂ ਦੀ ਆਪਾਂ ਨੂੰ ਲੋੜ ਹੈ, ਸਾਰੀ ਚੀਜ਼ਾਂ ਆਪਾਂ ਅੱਜ ਦੇ ਪਲੇਟਫਾਰਮ ਤੇ ਡਿਸਕਸ ਕਰਾਂਗੇ। ਔਰ ਕੁਝ ਟ੍ਰਿਕਸ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ, ਮੈਥਸ ਦੀਆਂ ਟ੍ਰਿਕਸ ਜਿਹੜੀਆਂ ਤੁਹਾਨੂੰ ਆਉਣ ਵਾਲੇ ਕੰਪੀਟੀਟਿਵ ਐਗਜ਼ਾਮ, ਸਾਰੇ ਦੇ ਸਾਰੇ ਐਗਜ਼ਾਮਸ ਦੇ ਵਿੱਚ ਜਿਹੜੀ ਕੀ ਹੈ ਉਹ ਹੈਲਪਫੁਲ ਹੋਣਗੀਆਂ, ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਤਾਂ ਪਹਿਲੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸੈਸ਼ਨ ਨੂੰ ਕੀ ਹੈ ਸ਼ੇਅਰ ਕਰੋ ਆਦੇ ਫਰੈਂਡਸ ਨਾਲ, ਜ਼ਿਆਦਾ ਤੋਂ ਜ਼ਿਆਦਾ ਕੀ ਹੈ ਲਾਈਵ ਆਓ। ਠੀਕ ਹੈ ਜੀ, ਤਾਂ ਸ਼ੇਅਰ ਕਰੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਆਦੇ ਫਰੈਂਡਸ ਨਾਲ। ਹਾਂਜੀ, ਤਾਂ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਜੌਬ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ। ਠੀਕ ਹੈ ਜੀ, ਤਾਂ ਆਪਾਂ ਕਾਮਨ ਸਬਜੈਕਟਸ ਜਿਹੜੇ ਦੇਖਦੇ ਆ, ਆਪਾਂ ਨੂੰ ਕਾਮਨ ਸਬਜੈਕਟਸ ਜਿਹੜੇ ਪਤਾ ਨੇ ਉਹ ਕਿਹੜੇ ਹੁੰਦੇ ਨੇ ਆਪਣੇ, ਪਹਿਲੇ ਆਪਾਂ ਉਹ ਡਿਸਕਸ ਕਰ ਲਈਏ। ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਜਿਹੜਾ ਕਾਮਨ ਸਬਜੈਕਟਸ ਦੇ ਵਿੱਚ ਇੱਕ ਤਾਂ ਕੁਆਂਟ ਆਪਾਂ ਨੂੰ ਬਹੁਤ ਜ਼ਰੂਰੀ ਹੈ। ਅਸੀਂ ਰਾਹਤ ਇੰਸਟੀਚਿਊਟ ਮਿਲ ਕੇ ਅਸੀਂ ਬਣਾਇਆ ਹੈ। ਹਾਂਜੀ ਗਾਇਸ, ਪੀਪੀਟੀ ਤੁਹਾਡੇ ਅੱਗੇ ਆ ਰਹੀ ਹੈ ਉਹਨੇ। ਹਾਂਜੀ ਗਾਇਸ, ਤਾਂ ਪੀਪੀਟੀ ਸ਼ੇਅਰ ਹੋ ਰਹੀ ਹੈ ਤੁਹਾਡੇ ਨਾਲ ਬਿਲਕੁਲ। ਤਾਂ ਦੇਖੋ ਆਪਣੇ ਕੋਲ ਜਿਹੜੀਆਂ ਹੁਣ ਟਾਰਗੇਟਿਡ ਪੋਸਟ ਨੇ, ਜਿਹੜੀਆਂ ਆਪਣੇ ਕੋਲ ਇਸ ਟਾਈਮ ਆਪਣੇ ਹੱਥ 'ਚ ਪਈਆਂ ਨੇ, ਜਿਹੜੀਆਂ ਸਿਰਫ ਆਪਾਂ ਕੀ ਲੈਣੀਆਂ ਨੇ ਪੋਸਟ, ਉਹ ਆਪਣੇ ਕੋਲ 4 ਪਈਆਂ ਨੇ। ਇੱਕ ਤਾਂ ਪੰਜਾਬ ਪੁਲਿਸ, ਪੰਜਾਬ ਪਟਵਾਰੀ, ਕੋਆਪਰੇਟਿਵ ਬੈਂਕ ਤੇ PSSB ਲਾਇਬ੍ਰੇਰੀਅਨ। ਮਤਲਬ ਅਗਰ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਹੈ ਕਿ ਲਗਭਗ ਜਿਹੜੀ ਵੈਕੈਂਸੀ ਹੈ ਉਹ ਆਪਣੇ ਕੋਲ 10,000 ਦੀ ਹੈ। ਇੱਕ ਸੈਕਿੰਡ ਗਾਇਸ, ਪੰਜਾਬ ਪੁਲਿਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਜਿਹੜੀ ਵੈਕੈਂਸੀ ਹੈ ਉਹ ਲਗਭਗ 10,000 ਦੀ ਵੈਕੈਂਸੀ ਹੈ। ਪੰਜਾਬ ਪਟਵਾਰੀ ਜਿਹੜਾ ਆਪਣੇ ਕੋਲ ਲਗਭਗ 1100 ਪੋਸਟਾਂ ਜਿਹੜੀਆਂ ਉਹ ਕਾਫੀ ਦੇਰ ਦੀਆਂ ਆਈਆਂ ਹੋਈਆਂ, ਸਿਰਫ ਪੇਪਰ ਹੀ ਲੈਣਾ ਗਵਰਨਮੈਂਟ ਨੇ। ਹਾਂਜੀ, ਔਰ ਕੋਆਪਰੇਟਿਵ ਬੈਂਕ ਦੀਆਂ ਜਿਹੜੀਆਂ ਪੋਸਟਾਂ ਲਗਭਗ 800 ਪੋਸਟਾਂ ਜਿਹੜੀਆਂ ਉਹ ਆਪਣੇ ਕੋਲ ਆ ਚੁੱਕੀਆਂ ਹੋਈਆਂ ਨੇ, ਜਿੰਦੇ ਚ ਮੈਨੇਜਰ, ਸੀਨੀਅਰ ਮੈਨੇਜਰ ਦੀਆਂ ਪੋਸਟਾਂ ਨੇ। ਔਰ PSSB ਲਾਇਬ੍ਰੇਰੀਅਨ ਦਾ ਵੀ ਫਾਰਮ ਜਿਹੜਾ ਉਹ ਫਿਲ ਹੋ ਚੁੱਕਿਆ ਹੋਇਆ ਹੈ। ਲਗਭਗ 750 ਪੋਸਟਾਂ ਜਿਹੜੀਆਂ PSSB ਲਾਇਬ੍ਰੇਰੀਅਨ ਦੇ ਵਿੱਚ ਆਈਆਂ ਸੀ। ਹਾਂਜੀ, ਤਾਂ ਹੁਣ ਆਪਣੇ ਕੋਲ ਜਿਹੜੀ ਓਪਰਚੁਨਿਟੀ ਹੈ ਉਹ 4 ਓਪਰਚੁਨਿਟੀ ਆਪਾਂ ਨੂੰ ਨਜ਼ਰ ਆ ਰਹੀਆਂ ਨੇ। ਔਰ ਤੁਸੀਂ ਵਿਦਿਨ ਅ ਵੀਕ ਦੇਖੋਗੇ ਤੁਹਾਡੇ ਕੋਲ ਬੜੀ ਅੱਛੀ ਪੋਸਟ ਜਿਹੜੀ ਐਕਸਾਈਜ਼ ਇੰਸਪੈਕਟਰ ਦੀ,
ਔਰ ਦੂਜੀ ਆਪਣੇ ਕੋਲੋਂ ਫੂਡ ਸਪਲਾਈ ਦੇ ਵਿੱਚ, ਔਰ ਤੀਜੀ ਜਿਹੜੀ ਹੈ ਉਹ ਬੜੀ ਵੱਡੇ ਸਕੇਲ ਤੇ ਜਿਹੜੀ ਵੈਕੈਂਸੀ ਆ ਉਹ PSSB ਵੱਲੋਂ ਕਲਰਕ ਦੀ ਜਿਹੜੀ ਵੈਕੈਂਸੀ ਹੈ ਉਹ ਬਹੁਤ ਜਲਦ ਆਊਟ ਹੋਣ ਵਾਲੀ ਹੈ। ਲਗਭਗ 2500 ਤੋਂ 3000 ਪੋਸਟਾਂ ਨੇ। ਤੇ PSSB ਕਲਰਕ ਦਾ ਜਿਹੜਾ ਆਪਾਂ ਨੂੰ ਫਾਰਮੈਟ ਪਤਾ ਹੈ ਕਿ ਉਹ ਅੱਜ ਕੱਲ ਜਿਹੜਾ ਰਿਟਨ ਪਲੱਸ ਟਾਈਪਿੰਗ ਤਾਂ ਰਾਹਤ ਇੰਸਟੀਚਿਊਟ ਦਾ ਬੈਸਟ ਪਾਰਟ ਇਹ ਹੈ ਕਿ ਤੁਹਾਨੂੰ ਹੁਣ ਜਿਹੜਾ ਰਿਟਨ ਵੀ ਅਸੀਂ ਤਿਆਰ ਕਰਾਵਾਂਗੇ ਪਲੱਸ ਟਾਈਪਿੰਗ ਤਾਂ ਅਸੀਂ ਪਿਛਲੇ 10 ਸਾਲ ਤੋਂ ਤੁਹਾਨੂੰ ਤਿਆਰ ਕਰਾ ਹੀ ਰਹੇ ਹਾਂ। ਤੁਹਾਡਾ ਰਿਜ਼ਲਟ ਜਿਹੜਾ ਤੁਹਾਨੂੰ ਪਤਾ ਹੀ ਹੋਏਗਾ, ਅਗਰ ਤੁਸੀਂ ਫਾਜ਼ਿਲਕਾ ਦੇ ਬਾਰੇ ਜਾਣੂ ਹੋ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਟਾਈਪਿੰਗ ਦਾ ਜਿਹੜਾ ਰਿਜ਼ਲਟ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਰਾਹਤ ਇੰਸਟੀਚਿਊਟ ਨੇ ਹੀ ਦਿੱਤਾ ਸੀਗਾ ਲਾਸਟ PSSB ਐਗਜ਼ਾਮ ਦੇ ਵਿੱਚ ਵੀ। ਹਾਂਜੀ, ਤਾਂ ਹੁਣ ਆਪਾਂ ਗੱਲ ਕਰਨੇ ਆ ਫੀਸ ਸਟਰਕਚਰ ਬਾਰੇ ਵੀ ਗੱਲ ਕਰਾਂਗੇ ਗਾਇਸ। ਡੋਂਟ ਵਰੀ, ਫੀਸ ਦੀ ਟੈਨਸ਼ਨ ਨਾ ਲਓ, ਫੀਸ ਕੋਈ ਜ਼ਿਆਦਾ ਨਹੀਂ ਹੈ। ਫੀਸ ਦੀ ਗੱਲ ਨਾ ਬਿਲਕੁਲ ਨਾ ਡਿਸਕਸ ਕਰੋ, ਤੁਸੀਂ ਸਿਰਫ ਕਨਸੈਪਟ ਨੂੰ ਸਮਝੋ ਕਿ ਗੱਲ ਕੀ ਕਰਨਾ ਚਾਹ ਰਹੇ ਆ ਜੀ। ਹਾਂਜੀ, ਪੰਜਾਬ ਐਗਜ਼ਾਮ ਦੀ ਡੇਟ ਬਾਰੇ ਕੋਈ ਨਿਊਜ਼, ਦੇਖੋ ਗਾਇਸ ਐਗਜ਼ਾਮ ਦੀ ਹਜੇ ਕਿਸੇ ਕੋਲ ਕੋਈ ਆਫੀਸ਼ੀਅਲ ਨਿਊਜ਼ ਨਹੀਂ ਹੈਗੀ, ਕਦੋਂ ਹੋਏਗਾ ਇਹ ਸਾਰਿਆਂ ਦੇ ਸਾਹਮਣੇ ਆ ਜਾਏਗੀ। ਬਟ ਹਜੇ ਤੱਕ ਆਪਾਂ ਨੂੰ ਪਤਾ ਹੈ ਕਿ ਕਰੋਨਾ ਜਿਹੜਾ ਉਹ ਕਾਫੀ ਖਰਾਬ ਕਰ ਰਿਹਾ ਆਪਣੇ এনवायरमेंट ਨੂੰ, ਤਾਂ ਕੋਈ ਚੱਕਰ ਨਹੀਂ, ਆਪਣੇ ਕੋਲ ਇੱਕ ਐਕਸਟਰਾ ਟਾਈਮ ਹੀ ਹੋ ਰਿਹਾ ਆਪਣੇ ਕੋਲੋਂ ਤਿਆਰੀ ਕਰਨ ਦਾ, ਤਾਂ ਉਸ ਚੀਜ਼ ਦੀ ਟੈਨਸ਼ਨ ਨਾ ਲਓ। ਐਗਜ਼ਾਮ ਜਿਹੜਾ ਦੇਖੋ ਪੰਜਾਬ ਪੁਲਿਸ, ਪਟਵਾਰੀ, ਕੋਆਪਰੇਟਿਵ ਔਰ PSSB ਇਹ ਚਾਰੋਂ ਐਗਜ਼ਾਮ ਧੜਾਧੜ ਇਕੱਠੇ ਹੋਣੇ ਨੇ ਤੁਹਾਡੇ ਅੱਗੇ, ਤਾਂ ਤਿਆਰੀ ਜਿਹੜੀ ਆਪਾਂ ਹੁਣ ਤੋਂ ਹੀ ਸਟਾਰਟ ਕਰਨੀ ਹੈ। ਕਲੀਅਰ? ਤਾਂ ਪੰਜਾਬ ਪੁਲਿਸ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਪੁਲਿਸ ਦੇ ਵਿੱਚ ਦੇਖੋ ਜਿਹੜੇ ਆ 4 ਸਬਜੈਕਟ ਨੇ, ਆਪਾਂ ਨੂੰ ਪਤਾ ਹੈ ਕਿ ਇੱਕ ਹੋ ਗਿਆ ਆਪਣੇ ਕੋਲੋਂ ਰੀਜ਼ਨਿੰਗ, ਰੁਕੋ, ਇੱਕ ਹੋ ਗਿਆ ਆਪਣਾ ਰੀਜ਼ਨਿੰਗ, ਪੈਨ ਦੀ ਕਲਰ ਚੇਂਜ ਕਰ ਲਈਏ ਆਪਾਂ ਪਹਿਲੇ। ਹਾਂਜੀ, ਤਾਂ ਇੱਕ ਹੋ ਗਿਆ ਆਪਣਾ ਰੀਜ਼ਨਿੰਗ, ਇਹ ਆਪਾਂ ਨੂੰ ਪਤਾ ਹੈ ਕਿ ਸਾਰੇ ਐਗਜ਼ਾਮਸ ਦੇ ਵਿੱਚ ਆਉਂਦੀ ਹੈ ਰੀਜ਼ਨਿੰਗ, ਠੀਕ ਹੈ ਜੀ। ਰੀਜ਼ਨਿੰਗ ਤੇ ਕੁਆਂਟ ਇਹ ਔਰ ਜੀਕੇ, ਇਹ ਚਾਰ ਜਿਹੜੇ ਸਬਜੈਕਟ ਨੇ ਆਪਣੇ, ਇਹ ਆਪਾਂ ਨੂੰ ਪਤਾ ਹੈ ਕਿ ਕਾਮਨ ਸਬਜੈਕਟ ਨੇ, ਚਾਹੇ ਤੁਸੀਂ ਕੋਈ ਵੀ ਪੇਪਰ ਦੇਣਾ, ਚਾਹੇ ਤੁਸੀਂ ਸੈਂਟਰ ਦਾ ਦੇਣਾ ਹੈ, ਚਾਹੇ ਤੁਸੀਂ ਪੰਜਾਬ ਦਾ ਦੇਣਾ, ਚਾਹੇ ਕੋਈ ਵੀ ਸਟੇਟ ਐਗਜ਼ਾਮ ਦਾ ਦੇਣਾ ਹੈ, ਤਾਂ ਇਹ ਜਿਹੜੇ ਨੇ ਆਪਣੇ ਕਾਮਨ ਸਬਜੈਕਟ ਨੇ। ਥੋੜੀ ਜੀ ਮਾਰਕਿੰਗ ਦੀ ਫਲਕਚੁਏਸ਼ਨ ਹੋ ਸਕਦੀ ਹੈ ਕਿ ਕਿਸੇ ਦੇ ਵਿੱਚ ਹੋ ਸਕਦਾ ਹੈ ਰੀਜ਼ਨਿੰਗ ਜ਼ਿਆਦਾ ਨੰਬਰ ਦੀ ਆਵੇ, ਜੀਕੇ ਘੱਟ ਨੰਬਰ ਦੀ ਆਵੇ, ਬਟ ਆਪਾਂ ਜਿਹੜੀ ਹੈ ਉਹ ਤਿਆਰੀ ਓਵਰਆਲ ਕਰਕੇ ਚੱਲਣੀ ਹੈ ਕਿ ਆਪਾਂ ਨੂੰ ਕੱਲ ਨੂੰ ਪੰਜਾਬ ਪੁਲਿਸ ਆਵੇ ਤਾਂ ਵੀ ਆਪਾਂ ਤਿਆਰ ਹੋਈਏ, ਪੰਜਾਬ ਪਟਵਾਰੀ ਹੋਈਏ ਤਾਂ ਆਪਾਂ ਤਾਂ ਵੀ ਤਿਆਰ ਹੋਈਏ। ਕਿਉਂਕਿ ਦੇਖੋ ਇੱਕ ਜਿਹੜਾ ਮੇਨ ਫੋਕਸ ਹੈ, ਮੇਨ ਜਿਹੜਾ ਚੀਜ਼ ਆ ਆਪਣਾ ਜੋਬ ਹੋਣਾ ਚਾਹੀਦਾ। ਜਿਹੜੀ ਆਪਾਂ ਕੱਲ ਨੂੰ ਚੀਜ਼ਾਂ ਨੇ, ਥੋੜਾ ਜਿਹਾ ਆਪਾਂ ਕਹੇ ਕਿ ਆਪਾਂ PCS ਬਣਨਾ ਹੈ ਜਾਂ ਇਹ ਚੀਜ਼ਾਂ ਕਰਨੀਆਂ ਨੇ, ਉਹ ਆਪਾਂ ਥੋੜਾ ਬਾਅਦ ਚ ਸੋਚਾਂਗੇ। ਪਹਿਲੇ ਆਪਾਂ ਇੱਕ ਜਿਹੜੀ ਜੌਬ ਹੈ ਉਹ ਆਦੇ ਹੱਥ 'ਚ ਕਰੀਏ, ਤਾਂ ਹੁਣ ਗਵਰਨਮੈਂਟ ਨੇ ਅੱਛੀ ਓਪਰਚੁਨਿਟੀ ਆਪਾਂ ਨੂੰ ਦੇਤੀ ਹੈ, ਠੀਕ ਹੈ ਜੀ। ਤਾਂ ਸਬਜੈਕਟ ਬਾਰੇ ਥੋੜੀ ਜੀ ਗੱਲ ਕਰ ਲਈਏ ਤਾਂ ਕੁਆਂਟ, ਰੀਜ਼ਨਿੰਗ, ਜੀਕੇ ਔਰ ਇਹ ਜਿਹੜੀਆਂ ਚੀਜ਼ਾਂ ਨੇ ਸਾਰੇ ਸਬਜੈਕਟ ਦੀਆਂ ਕਾਮਨ ਨੇ। ਆਪਾਂ ਨੂੰ ਪਤਾ ਹੈ ਕਿ ਸਾਰਿਆਂ ਐਗਜ਼ਾਮਸ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਆਪਾਂ ਨੂੰ, ਤੇ ਇਹਨਾਂ ਨੂੰ ਆਪਾਂ ਅੱਛੇ ਢੰਗ ਨਾਲ ਤਿਆਰ ਕਰਨਾ ਹੈ, ਠੀਕ ਹੈ ਜੀ। ਰੀਜ਼ਨਿੰਗ ਹੋ ਗਈ, ਕੁਆਂਟ ਹੋ ਗਈ, ਜੀਕੇ, ਪੰਜਾਬ ਹਿਸਟਰੀ ਹੋ ਗਿਆ, ਇਹ ਕਾਮਨ ਸਬਜੈਕਟ ਨੇ ਗਾਈਸ। ਤਾਂ ਇਹ ਜਿਹੜੇ ਆ ਬਹੁਤ ਅੱਛੇ ਢੰਗ ਨਾਲ ਤਿਆਰ ਕਰਾਂਗੇ ਤਾਂ ਕਿ ਕੱਲ ਨੂੰ ਤੁਸੀਂ ਪੰਜਾਬ ਪੁਲਿਸ ਐਗਜ਼ਾਮ ਦੇਣਾ ਹੋਵੇ ਤਾਂ ਵੀ ਆਪਣਾ ਆਪਣੇ ਹੱਥ 'ਚ ਹੋਵੇ, ਪੰਜਾਬ ਪਟਵਾਰੀ ਦੇਣਾ ਤਾਂ ਵੀ ਆਪਣੇ ਹੱਥ ਦੇ ਵਿੱਚ ਹੋਵੇ, ਔਰ ਕੋਆਪਰੇਟਿਵ ਬੈਂਕ ਇਹ ਵੀ ਆਪਣੇ ਹੱਥ ਦੇ ਵਿੱਚ ਹੋਵੇ। ਤਾਂ ਅਗਰ ਆਪਾਂ PSSB ਲਾਇਬ੍ਰੇਰੀਅਨ ਦਾ ਜਿਹੜਾ ਐਗਜ਼ਾਮ ਦੇਖੀਏ ਤਾਂ ਇਹਦੇ 'ਚ ਜਿਹੜਾ ਆਪਾਂ ਨੂੰ 2 ਪਾਰਟਸ ਦੇ ਵਿੱਚ ਦਿੱਤਾ ਗਿਆ, ਮਤਲਬ 60 ਮਾਰਕਸ ਦੇ ਵਿੱਚ 60 ਮਾਰਕਸ ਦੇ ਵਿੱਚ ਆਪਾਂ ਨੂੰ ਉਹੀ ਚੀਜ਼ਾਂ ਦਿੱਤੀਆਂ ਹੋਈਆਂ ਨੇ, ਕੁਆਂਟ, ਰੀਜ਼ਨਿੰਗ, ਪੰਜਾਬ, ਜੀਕੇ ਔਰ ਜੀਏ। ਇਹ ਲਗਭਗ 60 ਮਾਰਕਸ ਦੀ ਆਪਣੇ ਕੋਲ ਆਹੀ ਕਾਮਨ ਸਬਜੈਕਟ ਨੇ, ਔਰ ਇੰਗਲਿਸ਼ ਤੇ ਪੰਜਾਬੀ ਆ ਸਾਰੇ ਕਾਮਨ ਸਬਜੈਕਟ ਨੇ ਆਪਣੇ 60 ਮਾਰਕਸ ਦੇ ਵਿੱਚ। ਬਾਕੀ ਜਿਹੜੇ 60 ਮਾਰਕਸ ਨੇ ਉਹ ਹੈਗਾ ਲਾਇਬ੍ਰੇਰੀ ਦਾ, ਇਹ ਵੀ ਤੁਹਾਨੂੰ ਜਿਹੜਾ ਅਸੀਂ ਤਿਆਰ ਕਰਾਵਾਂਗੇ। ਅਗਰ ਤੁਸੀਂ ਕੋਈ ਆਪਣੇ ਕੋਲ ਲਾਇਬ੍ਰੇਰੀਅਨ ਦੇ ਸਟੂਡੈਂਟਸ ਹੁੰਦੇ ਆ ਤਾਂ ਲਾਇਬ੍ਰੇਰੀਅਨ ਦਾ ਬੈਚ ਵੀ ਆਪਾਂ ਜਿਹੜਾ ਹੈ ਉਹ ਜਲਦ ਸਟਾਰਟ ਕਰਾਂਗੇ, ਠੀਕ ਹੈ। ਫਿਲਹਾਲ ਜਿਹੜਾ ਅਸੀਂ ਹੈਗਾ ਪੰਜਾਬ ਪੁਲਿਸ, ਪੰਜਾਬ ਪਟਵਾਰੀ, ਕੋਆਪਰੇਟਿਵ ਤੇ PSSB ਲਾਇਬ੍ਰੇਰੀਅਨ ਦਾ ਜਿਹੜਾ ਚਾਰਾਂ ਦਾ ਕਾਮਨ ਚੀਜ਼ਾਂ ਨੇ ਉਹ ਸਟਾਰਟ ਕਰ ਰਹੇ ਆ, ਤਾਂ ਕਿ ਤੁਹਾਨੂੰ ਇਹ ਨਾ ਹੋਵੇ ਕਿ ਪੰਜਾਬ ਪੁਲਿਸ ਵਾਸਤੇ ਤੁਸੀਂ ਅਲੱਗ ਤਿਆਰੀ ਕਰਨ ਲੱਗ ਜਾਓ, ਪੰਜਾਬ ਪਟਵਾਰੀ ਵਾਸਤੇ ਅਲੱਗ ਕਰ ਲਓ, ਕੋਆਪਰੇਟਿਵ ਬੈਂਕ ਵਾਸਤੇ ਅਲੱਗ। ਤੇ ਜਿਹੜਾ ਥੋੜਾ ਮੋਡਿਊਲ ਸਾਰਿਆਂ ਦਾ ਅਲੱਗ ਹੈ ਉਹ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਨੂੰ ਆਪਾਂ ਕਿਵੇਂ ਹੱਲ ਕਰਨਾ ਹੈ। ਪਹਿਲੇ ਆਪਾਂ ਕਾਮਨ ਸਬਜੈਕਟਸ ਦੀ ਗੱਲ ਕਰ ਰਹੀ ਕਿ ਕਾਮਨ ਸਬਜੈਕਟ ਨੂੰ ਆਪਾਂ ਕਿਵੇਂ ਸਕੋਰ ਕਰਨਾ ਹੈ, ਠੀਕ ਹੈ ਜੀ। ਨੈਕਸਟ, ਹਾਂਜੀ, ਉਸ ਤੋਂ ਬਾਅਦ ਦੇਖੋ ਥੱਲੇ ਆਪਣੇ ਕੋਲ ਕੁਝ ਸਬਜੈਕਟ ਲਿਖੇ ਨੇ ਜਿਹੜੇ ਕੀ ਹੈ ਐਗਰੀਕਲਚਰ ਔਰ ਲਾਇਬ੍ਰੇਰੀ। ਐਗਰੀਕਲਚਰ ਔਰ ਲਾਇਬ੍ਰੇਰੀ ਦੇਖੋ ਜਿਹੜੇ ਇਹ ਸਬਜੈਕਟਸ ਨੇ, ਇਹ ਐਗਰੀਕਲਚਰ ਆਪਾਂ ਨੂੰ ਪਤਾ ਹੈ ਕਿ ਇਹ ਓਨਲੀ ਫॉर ਪਟਵਾਰੀ ਹੈ, ਔਰ ਜਿਹੜੇ ਲਾਇਬ੍ਰੇਰੀ ਸਾਇੰਸ ਹੈ ਉਹ PSSB ਲਾਇਬ੍ਰੇਰੀ ਵਾਸਤੇ ਹੈ। ਤਾਂ ਇਹ 2 ਸਬਜੈਕਟ ਜਿਹੜੇ ਹੈਗੇ ਨੇ ਇਹ ਆਪਾਂ ਨੂੰ ਥੋੜਾ ਜਿਹਾ ਹਟ ਕੇ ਤਿਆਰ ਕਰਨੇ ਪੈਣਗੇ।
बाकी ਜਿਹੜੇ ਸਾਰੇ ਦੇ ਸਾਰੇ ਸਬਜੈਕਟ ਕੀ ਨੇ, ਕਾਮਨ ਨੇ। ਹਾਂਜੀ, ਕੋਈ ਡਾਊਟ ਤੁਹਾਡਾ ਜਿਹੜਾ ਹੋਵੇ ਨਾਲ ਨਾਲ ਤੁਸੀਂ ਕਮੈਂਟਸ ਭੇਜ ਸਕਦੇ ਹੋ। ਕੋਈ ਵੀ ਜਿਹੜੀ ਇਨਫੋਰਮੇਸ਼ਨ ਤੁਸੀਂ ਗਵਰਨਮੈਂਟ ਜੌਬ ਬਾਰੇ ਲੈਣਾ ਚਾਹੁੰਦੇ ਹੋ, ਅੱਜ ਸਾਰੇ ਡਾਊਟ ਤੁਸੀਂ ਆਦੇ ਕਲੀਅਰ ਕਰ ਲਓ। ਇਹ ਦੁਬਾਰਾ ਮੌਕਾ ਨਹੀਂ ਮਿਲਣਾਗਾ ਤੁਹਾਨੂੰ। ਇੱਕ YouTube ਤੇ ਲਾਈਵ ਸੈਸ਼ਨ ਜਿਹੜਾ ਹੈ ਰਾਹਤ ਇੰਸਟੀਚਿਊਟ ਵੱਲੋਂ ਅਸੀਂ ਲਾ ਰਹੇ ਹਾਂ, ਤਾਂ ਕਿ ਬੱਚਿਆਂ ਦੇ ਜਿਹੜੇ ਮਨ ਦੇ ਵਿੱਚ ਡਾਊਟਸ ਨੇ ਕਿ ਦੇਖੋ ਉਹਨਾਂ ਨੂੰ ਇੱਕ ਪਲੇਟਫਾਰਮ ਦਾ ਹੀ ਨਹੀਂ ਪਤਾ ਕਿ ਅਸੀਂ ਗਵਰਨਮੈਂਟ ਜੌਬ ਲੈਣੀ ਕਿਵੇਂ ਹੈ। ਉਹ ਪੰਜਾਬ ਪੁਲਿਸ ਦਾ ਆਉਂਦਾ ਤਾਂ ਉੱਧਰ ਭੱਜ ਜਾਂਦੇ ਨੇ, ਪੰਜਾਬ ਪਟਵਾਰੀ ਆਉਂਦਾ ਉੱਧਰ ਭੱਜ ਜਾਂਦੇ ਨੇ, ਕੋਆਪਰੇਟਿਵ ਬੈਂਕ ਆਉਂਦਾ ਉੱਧਰ ਭੱਜ ਜਾਂਦੇ ਨੇ। ਤੁਹਾਨੂੰ ਅਸੀਂ ਇੱਕ ਕੰਬਾਈਨਡ ਪਲੇਟਫਾਰਮ ਦੇ ਰਹੇ ਹਾਂ, ਠੀਕ ਹੈ ਨਾ, ਸਮਝ ਰਹੇ ਹੋ ਇਸ ਗੱਲ ਨੂੰ। ਅਸੀਂ ਕੰਬਾਈਨਡ ਪਲੇਟਫਾਰਮ ਦੇ ਰਹੇ ਹਾਂ ਕਿ ਰੀਜ਼ਨਿੰਗ ਨੂੰ ਆਪਾਂ ਹੱਲ ਕਰਨਾ ਹੈ ਤਾਂ ਕਿਵੇਂ ਕਰਨਾ ਹੈ, ਕੁਆਂਟ ਨੂੰ ਹੱਲ ਕਰਨਾ ਤਾਂ ਉਹਨੂੰ ਆਪਾਂ ਕਿਵੇਂ ਹੱਲ ਕਰਨਾ ਹੈ। ਮੈਂ ਇੱਕ ਛੋਟਾ ਜਿਹਾ ਸੈਸ਼ਨ ਵੀ ਲਾਂਗਾ ਤੁਹਾਡਾ ਕਿ ਆਪਾਂ ਇੱਕ ਬੜੀ ਵਧੀਆ ਟ੍ਰਿਕਸ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਹਾਂਜੀ ਗਾਇਜ਼, ਬੱਚੇ ਫੀਸ ਤੇ ਆ ਰਹੇ ਨੇ ਜੀ, ਬਿਲਕੁਲ ਫੀਸ ਤੇ ਆ ਰਹੇ ਨੇ। ਚਲੋ ਫੀਸ ਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਦੇਖੋ 2 ਦਿਨ ਜਿਹੜਾ ਤੁਹਾਨੂੰ ਅਸੀਂ ਫ੍ਰੀ ਆਫ ਕਾਸਟ ਡੈਮੋ ਕਲਾਸਿਸ ਦਾਂਗੇ, ਜਿੰਦੇ ਚ ਜੀਕੇ ਦੀ ਵੀ ਕਲਾਸ ਹੋਏਗੀ, ਰੀਜ਼ਨਿੰਗ ਦੀ ਵੀ ਕਲਾਸ ਹੋਏਗੀ, ਕੁਆਂਟ ਦੀ ਵੀ ਕਲਾਸ ਹੋਏਗੀ, ਠੀਕ ਹੈ। 2 ਦਿਨ ਤੁਹਾਡੀ ਡੈਮੋ ਕਲਾਸ ਹੋਏਗੀ। ਉਸ ਤੋਂ ਬਾਅਦ ਹਾਂਜੀ ਗਾਇਜ਼ ਵੇਟ, ਮੈਂ ਇੱਕ ਵਾਰੀ ਅਰੇਂਜ ਕਰ ਲਾਂ ਸਾਰਾ। ਹਾਂਜੀ ਗਾਇਜ਼, ਤਾਂ ਪਹਿਲਾ ਪੁਆਇੰਟ ਜਿਹੜਾ ਹੈਗਾ ਉਹ ਤੁਸੀਂ ਦੇਖੋ ਕਿ ਕੋਰਸ ਡਿਊਰੇਸ਼ਨ ਹੈ ਜਿਹੜੀ ਆਪਣੀ ਉਹ 75 ਡੇਜ਼, ਮਤਲਬ ਲਗਭਗ ਮੰਨ ਕੇ ਚੱਲੋ 2.5 ਮੰਥ ਦੀ ਜਿਹੜੀ ਆਪਣੀ ਡਿਊਰੇਸ਼ਨ ਹੋਏਗੀ। ਤੁਸੀਂ ਕੋਈ ਵੀ ਅਗਰ ਕੋਰਸ ਕਰਦੇ ਹੋ, ਚਾਹੇ ਪੰਜਾਬ ਪੁਲਿਸ, ਚਾਹੇ ਪੰਜਾਬ ਪਟਵਾਰੀ, ਔਰ ਚਾਹੇ ਕੋਆਪਰੇਟਿਵ ਬੈਂਕ ਜਾਂ SSSB ਲਾਇਬ੍ਰੇਰੀਅਨ, ਤੁਸੀਂ ਕੋਈ ਵੀ ਕੋਰਸ ਕਰਦੇ ਹੋ 2.5 ਮਹੀਨਿਆਂ ਦੇ ਵਿੱਚ ਤੁਹਾਨੂੰ ਅਸੀਂ ਕੀ ਹੈ ਪ੍ਰੋਪਰ ਤਿਆਰ ਕਰਾ ਦਾਂਗੇ। ਔਰ ਇਸ ਚੀਜ਼ ਦੀ ਮੈਂ ਅਸ਼ੋਰੈਂਸ ਲਾਈਕ ਤੁਹਾਨੂੰ ਹੁਣੇ ਲਾ ਲਓ ਕਿ ਮੈਂ ਲਿਖ ਕੇ ਦੇ ਦੇਣਾ ਤੁਹਾਨੂੰ ਇਸ ਚੀਜ਼ ਨੂੰ ਕਿ ਆਫਟਰ 2.5 ਮੰਥਸ ਤੁਹਾਡੇ ਮਨ ਦੇ ਵਿੱਚ ਇਹ ਡਾਊਟ ਨਹੀਂ ਰਹੇਗਾ ਕਿ ਸਰ ਅਸੀਂ ਸਾਨੂੰ ਹੋਰ ਕੋਈ ਕੋਚਿੰਗ ਲੈਣ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ। ਇਸ ਚੀਜ਼ ਦੀ ਮੈਂ ਅਸ਼ੋਰੈਂਸ ਦੇ ਦੇਣਾ ਕਿ 2.5 ਮਹੀਨਿਆਂ ਬਾਅਦ ਤੁਹਾਨੂੰ ਆਪਣੇ ਆਪ ਕੌਨਫੀਡੈਂਸ ਆ ਜਾਏਗਾ ਕਿ ਸਰ ਲਿਆਓ ਕਿਹੜਾ ਪੇਪਰ ਲੈਣੇ ਹੋ, ਅਸੀਂ ਆਪ ਸੋਲਵ ਕਰਦੇ ਹਾਂ, ਜਿਹੜਾ ਮਰਜ਼ੀ ਪੇਪਰ ਸਾਡੇ ਕੋਲ ਹੁਣ ਤੁਸੀਂ ਲੈ ਲਓ, ਚਾਹੇ ਉਹ ਮੈਥਸ ਹੋਵੇ, ਚਾਹੇ ਉਹ ਰੀਜ਼ਨਿੰਗ ਹੋਵੇ, ਕੋਈ ਵੀ ਸਬਜੈਕਟ ਜਿਹੜਾ ਉਹ ਡਾਊਟਡ ਨਹੀਂ ਰਹੇਗਾ ਤੁਹਾਡੇ ਕੋਲ 2.5 ਮੰਥਸ ਤੋਂ ਬਾਅਦ। ਕਲੀਅਰ? ਹਾਂਜੀ, ਉਸ ਤੋਂ ਬਾਅਦ ਆ ਜਾਓ ਫੀਸ ਦੀ ਵੀ ਗੱਲ। ਤੁਸੀਂ ਫੀਸ ਦਾ ਬੜਾ ਪੁੱਛ ਰਹੇ ਸੀ ਕਿ ਫੀਸ ਦੀ ਵੀ ਗੱਲ ਕਰ ਲੈਂਦੇ ਆ। ਦੇਖੋ ਫੀਸ ਜਿਹੜਾ ਸਟਰਕਚਰ ਹੈ ਅਸੀਂ 2 ਸਟਰਕਚਰ ਦੇ ਨਾਲ ਅਕੋਰਡਿੰਗ ਸੈੱਟ ਕੀਤਾ ਹੈ। ਜਿਹੜੇ ਬੇਸਿਕ ਸਬਜੈਕਟਸ ਨੇ, ਬੇਸਿਕ ਸਬਜੈਕਟਸ ਦੇ ਵਿੱਚ ਦੇਖੋ ਕੀ ਗੱਲ ਕਰ ਰਹੇ ਆ ਆਪਾਂ, ਰੀਜ਼ਨਿੰਗ, ਕੁਆਂਟ, ਜੀਕੇ ਔਰ ਕਰੰਟ ਅਫੇਅਰਸ, ਪੰਜਾਬ ਜੀਕੇ, ਜਰਨਲ ਅਵੇਅਰਨੈਸ, ਇੰਗਲਿਸ਼, ਇਹ ਕੀ ਨੇ ਆਪਣੇ ਸਾਰੇ ਕਾਮਨ ਸਬਜੈਕਟ ਨੇ। ਕਾਮਨ ਸਬਜੈਕਟ ਮਤਲਬ ਚਾਹੇ ਤੁਸੀਂ ਪੰਜਾਬ ਪੁਲਿਸ ਲੈ ਰਹੇ ਹੋ, ਚਾਹੇ ਪੰਜਾਬ ਪਟਵਾਰੀ ਦੀ ਗੱਲ ਕਰ ਰਹੇ ਹੋ, ਚਾਹੇ ਤੁਸੀਂ ਕੋਆਪਰੇਟਿਵ ਬੈਂਕ ਜਾਂ ਲਾਇਬ੍ਰੇਰੀਅਨ ਜਾਂ ਐਨੀ ਹਾਓ ਤੁਸੀਂ ਕੱਲ ਨੂੰ ਐਕਸਾਈਜ਼ ਦਾ ਵੀ ਪੇਪਰ ਦੇਣਾ ਜਾਂ ਕੋਈ ਵੀ ਪੇਪਰ ਦੇਣਾ, ਇਹ ਸਾਰਿਆਂ ਦੇ ਵਿੱਚ ਕਾਮਨ ਹੈ। ਤਾਂ ਮੀਨਸ ਲਗਭਗ ਜਿਹੜੀ ਫੀਸ ਹੈ ਉਹ ਆਪਣੀ 6155.40। ਦੇਖੋ ਇਹ ਫੀਸ ਐਵੇਂ ਕਿਉਂ ਹੈ, ਇਹ ਜਦੋਂ ਤੁਸੀਂ ਪੇ ਕਰੋਗੇ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਏਗੀ ਆਪਣੇ ਆਪ, ਕਿਉਂਕਿ ਦੇਖੋ ਇਹ ਇਨਕਲੂਡਡ ਟੈਕਸ ਹੈ, ਠੀਕ ਹੈ। ਜਦੋਂ ਆਪਾਂ ਆਨਲਾਈਨ ਚੀਜ਼ਾਂ ਡਿਸਕਸ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਅਮਾਉਂਟ ਜਿਹੜਾ ਉਹ ਵੱਧ ਪੈਂਦਾ ਹੈ, ਕਿਉਂਕਿ ਆਪਾਂ ਇੱਕ ਚੀਜ਼ ਘਰ ਬੈਠ ਕੇ ਅਵੇਲ ਕਰ ਰਹੇ ਹਾਂ, ਠੀਕ ਹੈ ਨਾ। ਇਹ ਸਟਰਕਚਰ ਫਸਟਲੀ ਅਗਰ ਮੈਂ ਤੁਹਾਨੂੰ ਕਹਿਦਾ ਕਿ ਇਹ ਫੀਸ ਸਟਰਕਚਰ ਦੇ ਉੱਪਰ ਤੁਹਾਨੂੰ ਆਪਣੇ ਨੇੜੇ ਤੇੜੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਇੰਸਟੀਚਿਊਟ, ਮੈਂ ਕੋਈ ਲੋ ਗ੍ਰੇਡ ਇੰਸਟੀਚਿਊਟ ਦੀ ਗੱਲ ਨਹੀਂ ਕਰ ਰਿਹਾ, ਅੱਛੇ ਜਿਹੜੇ ਗ੍ਰੇਡਸ ਦੇ ਆਪਣੇ ਇੰਸਟੀਚਿਊਟਸ ਨੇ ਉਹਨਾਂ ਨਾਲ ਤੁਸੀਂ ਕੰਪੇਅਰ ਵੀ ਕਰ ਸਕਦੇ ਹੋ, ਉਹਨਾਂ ਨਾਲੋਂ ਜਿਹੜੀ ਫੀਸ ਹੈ ਸਾਡੀ ਘੱਟ ਹੋਏਗੀ। ਦੂਜੀ ਗੱਲ ਰਹੀ ਦੇਖੋ ਫੀਸ ਦੀ ਗੱਲ ਨਾ ਆਪਾਂ ਨੂੰ ਇੱਥੇ ਕਰਨੀ ਨਹੀਂ ਚਾਹੀਦੀ ਐਜੂਕੇਸ਼ਨ ਦੇ ਰਿਗਾਰਡਿੰਗ ਕਿ ਫੀਸ ਸਰ ਜ਼ਿਆਦਾ ਹੋਏਗੀ ਜਾਂ ਘੱਟ ਹੋਏਗੀ ਜਾਂ ਕਿਵੇਂ ਹੈ, ਕਿ ਜਦੋਂ ਆਪਾਂ ਕੁਆਲਿਟੀ ਲੈਣੀ ਹੈ ਨਾ ਚੀਜ਼ ਦੀ ਤਾਂ ਉਦੋਂ ਥੋੜਾ ਜਿਹਾ ਪੇ ਆਪਾਂ ਨੂੰ ਐਕਸਟਰਾ ਵੀ ਕਰਨਾ ਪਵੇ ਤਾਂ ਕੋਈ ਪ੍ਰੋਬਲਮ ਨਹੀਂ। ਔਰ ਇਸ ਚੀਜ਼ ਦੀ ਅਸ਼ੋਰੈਂਸ ਮੈਂ ਤੁਹਾਨੂੰ ਫਿਰ ਲਿਖ ਕੇ ਦੇ ਦੇਣਾ ਕਿ 2.5 ਮੰਥਸ 2.5 ਮੰਥਸ ਤੋਂ ਬਾਅਦ ਤੁਹਾਡਾ ਕਿਸੇ ਵੀ ਸਬਜੈਕਟ ਦਾ ਡਾਊਟ ਨਹੀਂ ਰਹੇਗਾ ਕਿ ਸਰ ਮੈਨੂੰ ਹਜੇ ਵੀ ਆਹ ਸਬਜੈਕਟ ਦੇ ਵਿੱਚ ਕਮੀ ਹੈ, ਮੈਂ ਨਹੀਂ ਕਰ ਪਾ ਰਿਹਾ, ਇਸ ਚੀਜ਼ ਦੀ ਅਸ਼ੋਰੈਂਸ ਮੈਂ ਲੈ ਸਕਦਾ। ਦੂਜੀ ਗੱਲ ਹੈ ਜੀ ਆਪਣੀ ਐਡੀਸ਼ਨਲ ਸਬਜੈਕਟ ਦੀ। ਜਿਹੜੇ ਐਡੀਸ਼ਨਲ ਸਬਜੈਕਟ ਹੈ ਕਿ ਲਾਈਕ ਤੁਸੀਂ ਅਗਰ ਕੰਪਿਊਟਰਸ ਪੜ੍ਹਨਾ ਚਾਹੁੰਦੇ ਹੋ ਜਾਂ ਐਗਰੀਕਲਚਰ ਜਾਂ ਲਾਇਬ੍ਰੇਰੀ ਦੇ ਸਬਜੈਕਟਸ ਜਿਹੜੇ ਐਕਸਟਰਾ ਨੇ ਉਹ ਪੜ੍ਹਨਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਅਲੱਗ ਤੋਂ ਫੀਸ ਤੁਹਾਨੂੰ ਜਿਹੜੀ ਉਹ 1538 ਰੁਪਏ ਜਿਹੜੀ ਉਹ ਐਕਸਟਰਾ ਪੇ ਕਰਨੀ ਪਏਗੀ, ਠੀਕ ਹੈ ਜੀ। ਹਾਂਜੀ ਗਾਇਸ, ਕਲੀਅਰ ਹੋ ਗਿਆ ਗੱਲ ਹੁਣ ਫੀਸ ਸਟਰਕਚਰ ਬਾਰੇ ਵੀ। ਬਾਕੀ ਤੁਸੀਂ ਕੋਈ ਵੀ ਅਗਰ ਗੱਲ ਕਰਨੀ ਹੋਵੇ ਤਾਂ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਹੈ, ਤੁਸੀਂ ਜਦੋਂ ਮਰਜ਼ੀ 24/7 ਜਦੋਂ ਮਰਜ਼ੀ ਤੁਸੀਂ ਇਸ ਨੰਬਰਸ ਤੇ ਕਾਲ ਕਰਕੇ ਕੋਈ ਵੀ ਕੁਐਰੀ ਜਿਹੜੀ ਹੈ ਉਹ ਲੈ ਸਕਦੇ ਹੋ ਕਿ ਹਾਂਜੀ ਸਰ ਸਾਨੂੰ ਹਜੇ ਵੀ ਆਹ ਚੀਜ਼ ਦੀ ਪ੍ਰੋਬਲਮ ਹੈ, ਆਪਾਂ ਇਹ ਚੀਜ਼ਾਂ ਨੂੰ ਜਿਵੇਂ ਹੋਏਗਾ ਮੈਕਸਿਮਮ ਹੱਦ ਤੱਕ ਜਿਹੜਾ ਅਸੀਂ ਸੋਲਵ ਕਰਾਂਗੇ, ਠੀਕ ਹੈ ਜੀ। ਹਾਂਜੀ ਗਾਇਸ, ਚਲੋ ਆਪਾਂ ਥੋੜਾ ਜਿਹਾ ਹੁਣ ਇਸ ਚੀਜ਼ ਤੋਂ ਨਿਕਲੀਏ ਤੇ ਆਪਾਂ ਆਦੇ ਸਬਜੈਕਟ ਦੇ ਉੱਪਰ ਆਈਏ ਕਿ ਸਬਜੈਕਟ ਨੂੰ ਆਪਾਂ ਜਿਹੜਾ ਅੱਜ ਹੈ ਕਲਾਸ ਉਹ ਕੁਆਂਟ ਦੀ ਰੱਖਾਂਗੇ ਆਪਾਂ,
ठीक है जी, थैंक यू। हाँ जी गाइस, क्वांट की क्लास रखांगे। हाँ जी गाइस, पीपीटी मैं ओपन कर रहे हैं। तो क्वांट का जिहड़ा है ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਬਿਲਕੁਲ ਸਿੰਪਲੀਫਿਕੇਸ਼ਨ, मतलब अच्छा दूजी चीज मैं डिस्कस करदा कि ਤੁਹਾਨੂੰ मैथ्स और रीजनिंग ਜਿਹੜਾ ਉਹ मैं सब्जेक्ट डील करांगा ਤੁਹਾਡੇ ਨਾਲ। ਔਰ ਇਹ ਮੇਰਾ ਸਟਾਰਟ ਕਰਨ ਤੋਂ ਪਹਿਲੇ ਦਾ ਪ੍ਰੋਮਿਸ ਹੈ ਤੁਹਾਡੇ ਨਾਲ ਕਿ ਅਗਰ ਕਿਸੇ ਬੱਚੇ ਨੂੰ ਮੈਥਸ 'ਚ ਪ੍ਰੋਬਲਮ ਹੈ ਨਾ ਤਾਂ 2.5 ਮਹੀਨਿਆਂ ਬਾਅਦ ਮੈਂ ਤੁਹਾਨੂੰ ਇੰਨਾ ਕੌਨਫੀਡੈਂਸ ਦੇ ਦਾਂਗਾ ਕਿ ਤੁਸੀਂ ਆਦੇ ਘਰ ਬੈਠ ਕੇ ਆਦੇ ਬੱਚਿਆਂ ਨੂੰ ਨਾਲ ਪੜ੍ਹਾ ਰਹੇ ਹੋਗੇ ਕਿ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਸਰ ਸਾਡੇ 'ਚ ਹਜੇ ਵੀ ਕਮੀ ਹੈ, ਮੈਥਸ ਦਾ ਕੁਐਸਚਨ ਜਿਹੜਾ ਉਹ ਸੋਲਵ ਨਹੀਂ ਅਸੀਂ ਕਰ ਪਾ ਰਹੇ। ਠੀਕ ਹੈ ਜੀ, ਤਾਂ ਲੈਕਚਰ ਆਪਾਂ ਜਿਹੜਾ ਸ਼ਡਿਊਲ ਸਟਾਰਟ ਕਰਦੇ ਹਾਂ। ਅੱਛਾ, ਕਿਸੇ ਦਾ ਡਾਊਟ, ਕੋਈ ਕਮੈਂਟ, ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਇਸ ਤੋਂ ਬਾਅਦ ਜਿਹੜਾ ਆਪਾਂ ਹੁਣ ਸੈਸ਼ਨ ਸਟਾਰਟ ਕਰਨਾ ਹੈ ਜੀ, ਕੋਈ ਡਾਊਟ ਤੁਸੀਂ ਡਿਸਕਸ ਕਰਨਾ ਚਾਹੋ ਤਾਂ ਕਰ ਸਕਦੇ ਹੋ। लगभग 15-20 मिनट आप जी है पूरिया रज के गल्लां कर लिया। ठीक है जी, फिलहाल तुहाडा हजे भी कोई डाउट रह गया होवे तां तुसीं डिस्कस कर सकते हो। अगर कोई डाउट नहीं है तो बिल्कुल थम्स अप दिओ, सैशन नूं लाइक करो, शेयर करो ताकि आपां जिहड़ा आदा फर्स्ट टॉपिक जिहड़ा अज दा स्टार्ट करिए। हाँ जी गाइज, वेटिंग फॉर योर कमेंट्स। कोई डाउट किसी का रह गया है, कोई डाउट पूछना चाहो तो पूछ सकते हो, अदरवाइज ਜਿਹੜਾ ਸੈਸ਼ਨ ਆਪਾਂ ਸਟਾਰਟ ਕਰੀਏ। ओके गाइस, चलो आ जाओ सैशन स्टार्ट करते हैं ਆਪਾਂ। फर्स्टली माय नेम इज साहिल पुरी, मैं ਤੁਹਾਨੂੰ मैथ्स और रीजनिंग टीच करांगा और बिल्कुल बेसिक्स तो ਆਪਾਂ स्टार्ट करांगे। तो सब तो पहले ਜਿਹੜਾ बेसिक्स अपना ਹੁੰਦਾ दैट इज सिंपलीफिकेशन। हाँ जी, ਜਿਹੜਾ ਟੌਪਿਕ ਹੁੰਦਾ ਆਪਣਾ ਫਸਟ ਬਿਲਕੁਲ ਜਿਹੜਾ ਕੁਆਂਟ ਦੇ ਵਿੱਚ ਸਟਾਰਟ ਕਰਨਾ ਚਾਹੀਦਾ ਹਮੇਸ਼ਾ ਆਪਾਂ ਨੂੰ, दैट इज ਸਿੰਪਲੀਫਿਕੇਸ਼ਨ। ਬਿਲਕੁਲ ਸਿੰਪਲੀਫਿਕੇਸ਼ਨ ਜਿਹੜੀ ਆਪਾਂ ਸਟਾਰਟ ਕਰਾਂਗੇ। ਸਿੰਪਲੀਫਿਕੇਸ਼ਨ ਵਿੱਚ ਦੇਖੋ ਕੀ ਹੁੰਦਾ ਕਿ ਆਪਾਂ ਸਿੰਪਲੀਫਿਕੇਸ਼ਨ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਨੂੰ ਜਿਹੜੇ ਕੁਐਸਚਨਸ ਹੈ ਉਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਕਿ ਆਪਣੇ ਕੋਲ ਬਹੁਤ ਵੱਡੀ ਵੱਡੀ ਕੈਲਕੂਲੇਸ਼ਨਸ ਦਿੱਤੀਆਂ ਹੁੰਦੀਆਂ ਨੇ, ਲਾਈਕ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਦੀਆਂ, ਵਰਗ ਵਰਗਮੂਲ, ਇਹ ਸਾਰੀਆਂ ਜਿਹੜੀਆਂ ਆਪਾਂ ਨੂੰ ਦਿੱਤੀਆਂ ਹੁੰਦੀਆਂ ਨੇ। पर ਆਪਾਂ ਉਹਨੂੰ ਕਿਵੇਂ ਜਲਦੀ ਤੋਂ ਜਲਦੀ ਸੋਲਵ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਦੀ ਆਪਾਂ ਜਿਹੜੀ ਹੈ ਗੱਲ ਕਰਾਂਗੇ। ਓਕੇ ਜੀ ਸਰ, 4 ਹਾਂਜੀ। ਤੇ ਸਭ ਤੋਂ ਪਹਿਲੇ ਹੈ ਜੀ ਆਪਣੇ ਕੋਲ ਸਕੁਅਰ। ਠੀਕ ਹੈ ਜੀ, ਵਰਗ। ਦੇਖੋ ਅੱਜ ਤੱਕ ਤੁਸੀਂ ਵਰਗ ਕਿਵੇਂ ਸੋਲਵ ਕਰਦੇ ਆਏ ਹੋ ਮੈਨੂੰ ਨਹੀਂ ਪਤਾ, ਪਰ ਅੱਜ ਦੇ ਸੈਸ਼ਨ ਤੋਂ ਬਾਅਦ ਤੁਹਾਨੂੰ ਜਿਹੜਾ ਵਰਗ ਨੂੰ ਸੋਲਵ ਕਰਨ ਦਾ ਢੰਗ ਜਿਹੜਾ ਹੈ ਉਹ ਤੁਹਾਡੇ ਅੱਗੇ ਨਵਾਂ ਹੋਏਗਾ ਇੱਕ। ਠੀਕ ਹੈ ਜੀ, ਤੁਸੀਂ ਵਰਗ ਨੂੰ ਕਿਵੇਂ ਹੱਲ ਕਰਦੇ ਆਏ ਹੋ ਮੈਨੂੰ ਨਹੀਂ ਇਸ ਚੀਜ਼ ਦਾ ਪਤਾ, बट अज तो जो वर्ग नूं हल करने का ढंग होएगा वो अपने अगे बिल्कुल नवा होएगा। तो स्टार्ट कर रहे हैं जी बिल्कुल सैशन आपां। हाँ जी, तो सब तो पहले मैं नंबर्स जिहड़े लए ने दैट इज तुहानूं नंबर्स देख के क्लीयर हो गया होएगा कि मैं नंबर्स वो लए ने जिहड़े की है 5 नाल एंड हो रहे ने, मतलब जिन्ना पिछे की है 5 आ रहा है। तो मैं सब तो पहले सिर्फ वो नंबरां दी गल करनी है जिन्ना पिछे की है 5 आंदा है। ਉਹ ਨੰਬਰਸ ਨੂੰ ਆਪਾਂ ਕਿਵੇਂ ਹੱਲ ਕਰਨਾ ਹੈ, ਉਹਨਾਂ ਦੇ ਵਰਗ ਆਪਾਂ ਕਿਵੇਂ ਕੈਲਕੂਲੇਟ ਕਰਨੇ ਆ, ਇਹ ਸਾਰੀ ਚੀਜ਼ਾਂ ਮਾਈਂਡ ਦੇ ਵਿੱਚ ਕਰਨੀਆਂ ਨੇ। ਬਸ ਤੁਸੀਂ ਸਮਝਣਾ, ਸਿਰਫ ਇੰਜੋਏ ਕਰੋ ਸੈਸ਼ਨ ਨੂੰ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾ ਕੁਐਸਚਨ ਪਿਆ ਹੈ ਆਪਣੇ ਕੋਲ 25 ਦਾ ਸਕੁਅਰ। ਤੇ ਗਾਇਸ 25 ਦਾ ਸਕੁਅਰ ਮੇਰੇ ਖਿਆਲ ਨਾਲ ਹਰ ਇੱਕ ਬੱਚੇ ਨੂੰ ਕਲੀਅਰ ਹੋਏਗਾ ਕਿ 25 ਦਾ ਸਕੁਅਰ ਜਿਹੜਾ ਉਹ ਕਿੰਨਾ ਹੁੰਦਾ ਹੈ, 625 ਹੁੰਦਾ ਹੈ। ਇਹ ਆਪਾਂ ਸਾਰਿਆਂ ਨੂੰ ਯਾਦ ਹੀ ਹੋਏਗਾ। ਠੀਕ ਹੈ ਜੀ। ਅੱਛਾ, ਇੱਕ ਚੀਜ਼ ਤੁਸੀਂ ਮੇਰੇ ਨਾਲ ਪ੍ਰੋਮਿਸ ਕਰਨਾ ਹੈ ਕਿ ਜਦੋਂ ਤੱਕ ਆਪਾਂ ਪੇਪਰ 'ਚ ਬਹਿਣਾ, ਪੇਪਰ ਤੋਂ ਬਹਿਣ ਤੋਂ ਪਹਿਲੇ ਆਪਾਂ ਨੂੰ ਘੱਟੋ ਘੱਟ 50 ਤੱਕ ਜਿਹੜੇ ਸਕੁਅਰ ਆ ਉਹ ਯਾਦ ਹੋਣੇ ਚਾਹੀਦੇ ਆ। 50 ਤੱਕ ਸਕੁਅਰ ਆਪਾਂ ਘੱਟੋ ਘੱਟ ਯਾਦ ਕਰ ਰਹੇ ਆ। ਤੁਸੀਂ ਇਸ ਤੋਂ ਜ਼ਿਆਦਾ ਕਰਨੇ ਹੋ ਤਾਂ ਤੁਹਾਡੀ ਮੈਥਸ ਦੀ ਫੀਸ ਜਿਹੜੀ ਸਪੀਡ ਆ ਹੋਰ ਜ਼ਿਆਦਾ ਫਾਸਟ ਹੋਏਗੀ। ਠੀਕ ਹੈ, ਤਾਂ 25 ਦਾ ਸਕੁਅਰ ਹੁੰਦਾ 625। ਦੇਖੋ ਇਹ ਤਾਂ ਯਾਦ ਹੈ। ਹੁਣ ਕਿਸੇ ਨੇ ਮੇਰੇ ਕੋਲ ਪੁੱਛ ਲਿਆ ਜੀ 95 ਦਾ ਸਕੁਅਰ ਕਿੰਨਾ ਹੁੰਦਾ, ਪੇਪਰ 'ਚ ਮੈਨੂੰ ਕੁਐਸਚਨ ਦੇਤਾ ਕਿਸੇ ਨੇ 95 ਦਾ ਸਕੁਅਰ ਪਲੱਸ 105 ਦਾ ਸਕੁਅਰ प्लस 85 ਦਾ ਸਕੁਅਰ ਤਾਂ ਕਿੰਨਾ ਹੋਏਗਾ। ਇੱਕ ਕੁਐਸਚਨ ਮੈਨੂੰ ਮੰਨ ਕੇ ਚੱਲੋ ਐਗਜ਼ਾਮ ਦੇ ਵਿੱਚ ਆ ਗਿਆ ਕਿ 95 ਦਾ ਸਕੁਅਰ ਪਲੱਸ 105 ਦਾ ਸਕੁਅਰ ਪਲੱਸ 85 ਦਾ ਸਕੁਅਰ ਅਗਰ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛ ਲੈਂਦਾ ਕੋਈ ਤਾਂ ਆਪਾਂ ਇਹਨੂੰ ਕਿਵੇਂ ਸੋਲਵ ਕਰਾਂਗੇ। ਦੇਖੋ ਤੁਹਾਡੇ ਨਾਲ ਦੇ ਜਿਹੜੇ ਬੱਚੇ ਬੈਠੇ ਹੋਣਗੇ, ਕੋਈ ਬੱਚਾ ਸੋਲਵ ਕਰ ਰਿਹਾ ਹੋਏਗਾ ਜੀ 95 ਗੁਣਾ 95। ਠੀਕ ਹੈ ਜੀ, ਉਹ ਸਾਰਾ ਕੁਝ ਜ਼ੋਰ ਲਾ ਕੇ ਆਦਾ ਆਨਸਰ ਕੱਢੇਗਾ 95 ਗੁਣਾ 95 ਦਾ। फिर विचारा करेगा जी 105 गुणा 105। ठीक है जी, फिर थक करके हो गएगा जी 85 गुणा 85 करिए। तो मेरे ख्याल नाल जिहड़ा बच्चा सही तैयारी कर रहा होएगा वो इस टाइम तक 3 क्वेश्चन होर सॉल्व करके बैठा होएगा। जिहड़ा बच्चा इस चीज़ नूं फॉलो कर रहा होएगा तो आपां किवें सॉल्व करना है स्मार्टली उस चीज़ नूं उहदे ते गल करनी है आपां। आ जाओ हुण आपां चीज़ां समझदे हां कि आपां
ਰਾਹਤ ਇੰਸਟੀਚਿਊਟ ਨਾਲ ਕਿਉਂ ਜੁੜਨਾ ਹੈ ਤੇ ਆਪਾਂ ਨੂੰ ਫਾਇਦਾ ਕੀ ਹੋਏਗਾ ਇਸ ਚੀਜ਼ਾਂ ਦਾ। ਠੀਕ ਹੈ ਜੀ, ਆ ਜਾਓ। ਤੁਹਾਡੇ ਅੱਗੇ ਕੁਐਸਚਨ ਹੈ ਜੀ 25 ਦਾ ਸਕੁਅਰ, ਜਿਹੜਾ ਕੁਐਸਚਨ ਦਿੱਤਾ ਸੀਗਾ ਉਹਨੂੰ ਵੀ ਸੋਲਵ ਕਰਾਂਗੇ ਆਪਾਂ। ਠੀਕ ਹੈ ਜੀ, ਤਾਂ ਫਿਲਹਾਲ ਦੇਖੀਏ ਆਪਾਂ ਕਿ 25 ਦਾ ਸਕੁਅਰ, ਦੇਖੋ 25 ਦਾ ਤਾਂ ਆਪਾਂ ਮੈਂ ਫਿਰ ਅੱਗੇ ਗੱਲ ਕਰ ਚੁੱਕਿਆ ਕਿ ਆਪਾਂ ਨੂੰ ਯਾਦ ਹੈ, ਪਰ ਆਪਾਂ ਸਟਿਲ ਕਿਵੇਂ ਸੋਲਵ ਕਰਨਾ। ਦੇਖੋ 25 ਦਾ ਲਾਸਟ ਤੇ ਕੀ ਪਿਆ ਹੋਇਆ 5, 5 ਦਾ ਵਰਗ ਕਿੰਨਾ ਹੁੰਦਾ ਉਹ ਸਾਰਿਆਂ ਨੂੰ ਯਾਦ ਹੋਏਗਾ ਕਿ 5 ਦਾ ਵਰਗ ਹੁੰਦਾ ਜੀ 25, ਤਾਂ ਮੈਂ ਵੀ ਪਿੱਛੇ ਲਿਖ ਲਿਆ 25। ਅੱਗੇ ਕੀ ਆਪਣੇ ਕੋਲ ਪਿਆ ਹੋਇਆ 2, ਤੇ ਜਿਹੜਾ ਵੀ ਅਕਸ਼ਰ ਅੱਗੇ ਪਿਆ ਹੋਇਆ ਉਹਨੂੰ ਕੀ ਕਰਨਾ ਆਪਾਂ, ਕਾਊਂਟਿੰਗ ਦੇ ਅਗਲੇ ਨੰਬਰ ਨਾਲ ਗੁਣਾ ਕਰ ਦੋ। ਮਤਲਬ 2 ਤੋਂ ਬਾਅਦ ਗਿਣਤੀ ਦੇ ਵਿੱਚ ਕੀ ਆਂਦਾ ਆਪਣੇ ਕੋਲੋਂ 3 ਆਂਦਾ ਹੈ, ਤਾਂ ਗਾਇਸ 2 ਗੁਣਾ 3 ਕਿੰਨਾ ਹੁੰਦਾ ਹੈ 6 ਹੁੰਦਾ, ਤਾਂ ਆਪਾਂ ਅੱਗੇ ਵੀ ਕੀ ਲਿਖ ਲਾਂਗੇ 6, ਤਾਂ ਦੈਟ ਮੀਨਸ 25 ਦਾ ਸਕੁਅਰ ਕਿੰਨਾ ਹੋ ਗਿਆ 625 ਹੋ ਗਿਆ। ਵੈਰੀ ਸਿੰਪਲ, ਮੈਨੂੰ ਪਤਾ ਹੈ ਕਿ ਤੁਹਾਨੂੰ 25 ਦਾ ਸਕੁਅਰ ਆਂਦਾ ਸੀਗਾ। ਅੱਗੇ ਗੱਲ ਕਰਦੇ ਹਾਂ ਆਪਾਂ ਕਿ ਫॉर एग्जांपल ਆਪਾਂ 35 ਦਾ ਸਕੁਅਰ ਕੱਢਣਾ ਹੈ, ਆਪਾਂ 35 ਦਾ ਸਕੁਅਰ ਸੋਲਵ ਕਰਨਾ ਹੈ। ਤਾਂ ਗਾਇਸ ਪਿੱਛੇ 5 ਪਿਆ, ਤਾਂ ਜਦੋਂ ਵੀ 5 ਪਿਆ ਮੇਰਾ ਦਿਮਾਗ 'ਚ ਆ ਜਾਣਾ ਚਾਹੀਦਾ ਕਿ ਪਿੱਛੇ ਗਾਇਸ 5 ਪਿਆ, ਤਾਂ 5 ਦਾ ਸਕੁਅਰ ਮੈਂ ਲਿਖ ਲਾਂ 25। ਅੱਗੇ ਪਿਆ ਹੋਇਆ ਮੇਰੇ ਕੋਲ 3, 3 ਤੋਂ ਅਗਲਾ ਅਕਸ਼ਰ ਕੀ ਹੁੰਦਾ ਜੀ 4, ਤਾਂ 3 ਗੁਣਾ 4 ਕਿੰਨਾ ਹੋ ਗਿਆ ਜੀ 12। ਤਾਂ ਗਾਇਸ ਆਨਸਰ ਕੀ ਆ ਗਿਆ ਆਪਣੇ ਕੋਲ 35 ਦਾ ਸਕੁਅਰ ਇਜ਼ 1225 ਆ ਗਿਆ। 35 ਦਾ ਸਕੁਅਰ ਕਿੰਨਾ ਹੋ ਗਿਆ 1225 ਹੋ ਗਿਆ। ਐਗਜ਼ਾਮਪਲ ਹੋਰ ਕਰਦੇ ਹਾਂ ਅੱਗੇ ਆਪਾਂ। ਹਾਂਜੀ, ਅੱਗੇ ਆਪਾਂ ਇੱਕ ਕੁਐਸਚਨ ਲੈ ਰਿਹਾ ਜੀ, ਮੈਂ 85 ਦਾ ਸਕੁਅਰ ਕਰਨਾ ਹੈ। 85 ਦਾ ਸਕੁਅਰ ਕਰਨਾ ਹੈ ਕਿ 85 ਦਾ ਸਕੁਅਰ ਕਿੰਨਾ ਹੋਏਗਾ। ਹਾਂਜੀ ਗਾइस, गुड। नेहा शर्मा ਦਾ ਆਨਸਰ ਆ ਰਿਹਾ ਜੀ 1225, ਵੈਰੀ ਗੁੱਡ। शीनम जसल ਦਾ ਆਨਸਰ ਆਇਆ ਜੀ 1225, ਬਿਲਕੁਲ ਸਹੀ ਹੈ। ਓਕੇ ਗਾइस, ਅਗਲਾ ਵੀ ਸੋਲਵ ਕਰੋ ਕਿ 85 ਦਾ ਸਕੁਅਰ ਕਿੰਨਾ ਹੋਏਗਾ। ਮਾਈਂਡ ਵਿੱਚ ਸੋਲਵ ਕਰਨਾ ਹੈ ਆਪਾਂ, ਪੈਨ ਕਾਪੀ ਨਹੀਂ ਯੂਜ਼ ਕਰਨਾ ਆਪਾਂ, ਮਾਈਂਡ 'ਚ ਸੋਲਵ ਕਰੋ। ਵੈਰੀ ਗੁੱਡ। ਅਭਿਸ਼ੇਕ ਜਸੂਜਾ ਦਾ ਆਨਸਰ ਆ ਰਿਹਾ ਜੀ 3025, 3025। 85 ਦਾ ਸਕੁਅਰ ਹੱਲ ਕਰੋ, 85 ਦਾ ਸਕੁਅਰ ਕੀ ਹੋਏਗਾ, ਬਿਲਕੁਲ 7225। ਵੈਰੀ ਗੁੱਡ, ਵੈਰੀ ਗੁੱਡ। नेहा शर्मा, बलकार सिंह, ਵੈਰੀ ਗੁੱਡ 7225। महक कामरा 7225, ਵੈਰੀ ਗੁੱਡ। ਹਾਂਜੀ ਗਾइस, ਤਾਂ ਮੇਰੇ ਖਿਆਲ ਨਾਲ ਜਿਹੜੀ ਚੀਜ਼ ਦਿਮਾਗ ਦੇ ਵਿੱਚ ਪੈ ਗਈ ਹੈ ਕਿ ਆਪਣੇ ਕੋਲ ਜਦੋਂ ਪਿੱਛੇ ਲਾਸਟ ਤੇ 5 ਆਂਦਾ ਤਾਂ ਆਪਾਂ ਉਹਨੂੰ ਕਿਵੇਂ ਹੱਲ ਕਰਨਾ ਹੈ। ਪਿੱਛੇ 5 ਪਿਆ ਤਾਂ 5 ਦਾ ਸਕੁਅਰ ਹੁੰਦਾ ਜੀ 25, 25 ਲਿਖ ਲਿਆ ਆਪਾਂ। ਅੱਗੇ ਮੈਨੂੰ ਨਜ਼ਰ ਆਇਆ 8, ਤਾਂ 8 ਤੋਂ ਬਾਅਦ ਕੀ ਆਂਦਾ 9, ਤਾਂ 8 ਗੁਣਾ 9 ਕਿੰਨਾ ਹੁੰਦਾ ਜੀ 72, ਤਾਂ 72 25 ਆਪਣਾ ਆਨਸਰ ਆ ਗਿਆ ਜੀ। ਵੈਰੀ ਗੁੱਡ ਵਿਕਾਸ, ਬਿਲਕੁਲ ਸਹੀ ਹੈ ਜੀ 72 25। ਅੱਗੇ ਆ ਜਾਓ ਜੀ 115 ਦਾ ਸਕੁਅਰ, 115 ਦਾ ਸਕੁਅਰ ਸੋਲਵ ਕਰੋ, 115 ਦਾ ਸਕੁਅਰ ਸੋਲਵ ਕਰੋ। ਹਾਂਜੀ गाइस, बिल्कुल कुलजीत 72 25 ठीक है। 115 ਦਾ ਸਕੁਅਰ ਸੋਲਵ ਕਰੋ। नेक्स्ट क्वेश्चन ਤੇ ਆ ਜਾਓ गाइस, 115 ਦਾ ਸਕੁਅਰ ਸੋਲਵ ਕਰੋ। ਬਿਲਕੁਲ 85 ਦਾ ਸੋਲਵ ਕਰ ਲਿਆ ਆਪਾਂ। ਹਾਂਜੀ ਬਿਲकुल, अमित ਦਾ ਫਸਟ ਆਨਸਰ ਆਇਆ ਜੀ, अमित कुमार ਦਾ ਸਭ ਤੋਂ ਪਹਿਲੇ ਆਨਸਰ ਆਇਆ। महक कामरा थोड़ी गलती कर गए, अमित कुमार ਦਾ बिल्कुल सही आंसर आया है। रितु मित्तल थोड़ी गलती कर गए ਆਪਾਂ। नेहा शर्मा बिल्कुल ठीक है जी आंसर। हाँ जी गाइस, आ जाओ 115 ਦਾ ਸਕੁਅਰ ਕਿਵੇਂ ਸੋਲਵ ਕਰਨਾ ਆਪਾਂ ਗੱਲ ਕਰਦੇ ਹਾਂ। ਬਿਲਕੁਲ 5 ਦਾ ਸਕੁਅਰ ਕਿੰਨਾ ਜੀ 25, 5 ਦਾ ਸਕੁਅਰ ਕਿੰਨਾ ਹੈ 25। ਅੱਗੇ ਆਪਣੇ ਕੋਲ ਕੀ ਪਿਆ ਹੈ 11, ਤਾਂ ਦੈਟ ਮੀਨਸ ਆਪਾਂ ਕੀ ਕਰਨਾ ਹੈ 11 ਨੂੰ 12 ਨਾਲ ਗੁਣਾ ਕਰਨਾ ਹੈ, 11 ਨੂੰ 12 ਨਾਲ ਗੁਣਾ ਕਰਨਾ ਹੈ। ਔਰ ਮੇਰੇ ਖਿਆਲ ਨਾਲ ਕੁਝ ਬੱਚੇ ਆ ਜੇ ਹੋਣਗੇ ਵਿੱਚੋਂ ਫਿਰ ਪੈਨ ਕਾਪੀ ਸਾਈਡ ਤੇ ਚੱਕ ਕੇ 11 ਗੁਣਾ 12 ਕਰ ਰਹੇ ਹੋਣਗੇ, 11 ਗੁਣਾ 12 ਨੂੰ ਕੀ ਹੈ ਸੋਲਵ ਕਰ ਰਹੇ ਹੋਣਗੇ। ਛੋਟੀ ਜੀ ਚੀਜ਼ ਹੁਣ ਧਿਆਨ ਨਾਲ ਇੱਥੇ ਫਿਰ ਸਮਝ ਲਓ, ਤੁਹਾਡੇ ਕੰਮ ਆਏਗੀ। ਜਦੋਂ ਵੀ ਆਪਾਂ ਕਿਸੇ ਦੋ ਲਗਾਤਾਰ ਨੰਬਰਸ ਨੂੰ ਮਲਟੀਪਲਾਈ ਕਰਨਾ ਹੈ, ਮੀਨਸ ਦੋ ਕੌਨਜ਼ੀਕਿਊਟਿਵ ਨੰਬਰਸ ਨੂੰ ਜਦੋਂ ਆਪਾਂ ਮਲਟੀਪਲਾਈ ਕਰਨਾ ਹੁੰਦਾ ਹੈ, ਦੋ ਲਗਾਤਾਰ ਨੰਬਰ, ਪੰਜਾਬੀ 'ਚ ਵੀ ਲਿਖ ਰਿਹਾ ਮੈਂ, ਪੰਜਾਬੀ ਥੋੜੀ ਜੀ ਵੀਕ ਹੈ ਗਾइस, ਮੇਰੀ ਸਪੈਲਿੰਗ ਮਿਸਟੇਕ ਹੋ ਸਕਦੇ ਨੇ, ਤੈਨੂੰ ਇਗਨੋਰ ਕਰਿਆ ਜੇ। ਹਾਂਜੀ ਗਾइस, ਤਾਂ ਧਿਆਨ ਨਾਲ ਸੁਣੋ, ਜਦੋਂ ਵੀ ਆਪਾਂ ਕੋਈ ਦੋ ਲਗਾਤਾਰ ਨੰਬਰਸ ਨੂੰ ਗੁਣਾ ਕਰਨਾ ਹੈ ਆਪਾਂ, ਤਾਂ ਆਪਾਂ ਕੀ ਕਰਨਾ ਹੈ, ਜਿਹੜਾ ਵੀ ਛੋਟਾ ਨੰਬਰ ਹੈ ਦੋਵਾਂ ਚੋਂ, ਜਿਹੜਾ ਛੋਟਾ ਨੰਬਰ ਹੈ ਆਪਣਾ, ਉਹਦਾ ਵਰਗ ਕਰਕੇ 11 ਦਾ ਵਰਗ, ਦੋਵਾਂ ਦਾ ਛੋਟਾ ਕੀ ਹੈ 11, ਤਾਂ 11 ਦਾ ਵਰਗ ਕਿੰਨਾ ਹੋ ਗਿਆ 121, 121 ਉਹਦਾ ਵਰਗ ਕਰਕੇ ਉਨਾ ਹੀ ਉਹਦੇ ਵਿੱਚ ਹੋਰ ਜੋੜ ਦੋ। ਤਾਂ ਇਹ ਚੀਜ਼ਾਂ ਹੁਣ ਆਪਾਂ ਕਰਕੇ ਨਹੀਂ ਦੇਖਣੀਆਂ, ਆਪਾਂ ਮਾਈਂਡ ਦੇ ਵਿੱਚ ਕਰਨਾ ਹੈ। ਦੋ ਲਗਾਤਾਰ ਨੰਬਰਸ ਨੂੰ ਗੁਣਾ ਜਦੋਂ ਕਰਨਾ ਆਪਾਂ ਕੀ ਕਰਨਾ ਹੈ, ਛੋਟੇ ਨੰਬਰ ਦਾ ਵਰਗ ਕਰਕੇ ਉਨਾ ਹੀ ਉਹਦੇ ਵਿੱਚ ਹੋਰ ਜੋੜ ਦੋ। ਐਗਜ਼ਾਮਪਲ ਇੱਕ ਹੋਰ ਲੈਣੇ ਆ ਆਪਾਂ, ਬਿਲਕੁਲ ਐਗਜ਼ਾਮਪਲ ਆਪਾਂ ਇੱਕ ਹੋਰ ਲੈਣੇ ਆ।
ਆਪਾਂ 135 ਦਾ ਸਕੁਅਰ ਕਰਨਾ ਹੈ ਗਾइस, मैं रेस करन लग्या 135 ਦਾ ਸਕੁਅਰ करना है ਆਪਾਂ। एक सेकेंड आ जाओ, आप 135 का स्केयर करना है तो 135 का स्केयर की होएगा? बिल्कुल जी, बिल्कुल बिल्कुल सिमरन का आंसर आ गया है। हाँ जी 135 का 5 का स्केयर तो 25 आप पिछे लिख लांगे। अगे की करना है आप 13 गुणा 14, 13 इंटू 14 करना है आप, 13 गुणा 14 करना है आप, तो 13 का वर्ग होंगे जी 169 169, और 13 ही उनके विच होर जोड़ दो तो की आ जाएगा जी 182 25, मतलब 18,225। बिल्कुल बिल्कुल जी, असीम गगनेजे का बिल्कुल सही है आंसर, नेहा शर्मा बिल्कुल सही है आंसर, अभिषेक दे सूजा वेरी गुड आंसर बिल्कुल सही आ रहे हैं तुहाडे, बिल्कुल बिल्कुल जी। अमित कुमार 182 25 बिल्कुल सही है जी। हाँ जी गाइस, मेरे ख्याल नाल हुण कंसेप्ट तुहाडा जिहड़ा है एंड विद 5 का क्लीयर हो गया होएगा, ठीक है। बाकी जिहड़े क्वेश्चंस ने उन्होंने पेंडिंग तुहाडे वास्ते छड्डे है, मीनस 145 का स्केयर हो गया या 85 का स्केयर हो गया या 95 का स्केयर हो गया, तुहाडा होम टास्क है, ये तुसीं अपने आप सॉल्व करने ने। अगर डाउट रह जाए तो आप जरूर डिस्कस करांगे इनू। थोड़ा जिहा अगे चलते हैं हुण। हाँ जी आ जाओ अगली स्लाइड ते आ जाओ। अगली स्लाइड दे विच भी अपने कोल वर्ग पे ने, बिल्कुल जी। हाँ जी गाइस थैंक यू अभिषेक, थैंक यू। हाँ जी गाइस, सेशन अगर अच्छा लग रहा है तो प्लीज आपके फ्रेंड्स नाल शेयर करो, ज्यादा तो ज्यादा जिहड़े आ यूजर्स अपने नाल जुड़ने चाहिए ने अज के टाइम पे। हाँ जी, तो बहुत होर अच्छी ट्रिक्स तुहाडे नाल शेयर करांगे। हाँ जी गाइस, अगली स्लाइड ते आ रहे हैं आप। अगली स्लाइड भी देखो स्केयर दी अपने कोलों, पर जिहड़े नंबर ने हुण आपां चेंज कीते है, नंबरस लए है मैं। देखो गाइस ये वो नंबरस की गल कर रहा मैं जिहड़े 90 तो लैके 110 तक आंदे, जिहड़े 90 तो लैके 110 तक आंदे है, आपां वो नंबरस की गल कर रहे हैं। बिल्कुल जी, आ जाओ अगली स्लाइड ते आ जाओ अनु जी, अगली स्लाइड ते आ जाओ। एंड्स विद 5 वाला आपां काफी डिस्कस कर लिया, तो हुण मैं वो नंबरस की गल कर रहा जिहड़े नंबर 90 तो लैके 110 तक आंदे है, तो आपां उन्हां दा स्केयर किवें हल करना है। तो मैं एक छोटी जी एग्जांपल लै रहा, आपां हल करना है जी 98 का स्केयर। 98 का स्केयर की होएगा, इनू आपां सॉल्व करना है जी, ठीक है जी। 98 का स्केयर आपां किवें सॉल्व करना, एक बारी कमेंट्स रुक जाओ, आराम नाल समझो पहले चीज नू, फिर आपां गल करांगे। पहले समझो चीज नू। 98 का स्केयर 98 का स्केयर करना है, तो 98 मैनू पता लग रहा है कि देखो ये जिहड़ा मैथड है बोलते हैं 100 बेस मैथड। 100 बेस मैथड मतलब जिहड़े नंबर 100 के नेड़े ने उन्हां वास्ते आपां ये ट्रिक यूज कर सकते हैं। देखो ट्रिक आपां बाकी नंबर्स से भी यूज कर सकते हैं, बट जिहड़े अपने 100 के नेड़े है उन्हां वास्ते ज्यादा इफेक्टिव मैथड है वाला। तो 98 का स्केयर करना है गाइस, तो मैनू पता है कि जिहड़ा 98 है 100 के नेड़े है। तो एक चीज ध्यान नाल देखो, ध्यान नाल समझिया जे, जिहड़ा 98 है ये 100 नालों कितना घट है। ध्यान नाल देखो कि जिहड़ा 98 है वो 100 नालों कितना घट है। तो मैनू ये नजर आ रहा है कि जिहड़ा 98 है 100 नालों 2 घट हुंदा है, 100 नालों 2 घट हुंदा है। तो जिन्ना घट हुंदा तुसीं उन्ना उहदे च होर घटा दो, मतलब 98 जिहड़ा है वो 100 तो 2 घट सीगा, तो आपां की करना है, इहदे विच 2 होर घटा देना है, दैट मीनस 96, और जिन्ना घट सीगा उन्ना ही पिछे स्केयर लिख दो, मतलब 2 घट सी तां 2 दा ही पिछे स्केयर लिख दो। तो 98 का स्केयर कितना हो गया जी 9604 हो गया। बिल्कुल बलकार सिंह आंसर बिल्कुल सही है जी, 9604। तो 98 का स्केयर की हो गया अपना 9604। एग्जाम्पल होर लैने आप एक एग्जाम्पल होर सॉल्व करते हैं, आप सॉल्व करते हैं 96 का स्केयर, 96 का स्केयर। तो गाइस 96 जिहड़ा है वो 100 नालों 4 घट है, 100 नालों 4 घट है, तो जिन्ना घट है तुसीं उन्ना उहदे विचों होर घटा दो। तो 96 जिहड़ा वो 100 नालों 4 घट है, तुसीं 4 होर घटा दो, दैट मीनस 4 घटाइए तो 92 हो गया। हुण जिन्ना घट सी उन्ना ही पिछे स्केयर लिख लो, 4 घट सी तां 4 दे पिछे स्केयर लिख लो, दैट मीनस कितना हो गया 9216 हो गया। तो मेरे ख्याल नाल आपां नूं पेन कॉपी चक्कण दी लोड़ नहीं हैगी, आपां कैलकुलेशनस जिहड़ियां ओह माइंड दे विच ही कर सकते हैं। डन है, चलते हैं आगे चलते हैं।
ਅੱਗੇ ਜੀ ਆਪਣੇ ਕੋਲੋਂ 103 ਦਾ ਸਕੁਅਰ ਕਰਨਾ ਹੁਣ ਆਪਾਂ 103 ਦਾ ਸਕੁਅਰ ਕਰਨਾ ਆਪਾਂ ਬਿਲकुल 9216 ਬਿਲकुल ਸਹੀ ਹੈ ਜੀ ਨੇਹਾ ਸ਼ਰਮਾ ਸੁਭਾਸ਼ ਚੰਦਰ ਬਿਲकुल ਸਹੀ ਹੈ ਤੁਹਾਡੇ ਆਨਸਰ ਅਭਿਸ਼ੇਕ ਦੇ ਸੁਝਾ ਬਿਲकुल ਸਹੀ ਹੈ ਹਾਂਜੀ 103 ਦਾ ਸਕੁਅਰ ਕਰਨਾ ਆਪਾਂ ਤਾਂ ਆਪਾਂ ਦੇਖੀਏ ਹੁਣ 103 ਜਿਹੜਾ ਉਹ 100 ਤੋਂ 3 ਜ਼ਿਆਦਾ ਹੈ ਜੇ 3 ਜ਼ਿਆਦਾ ਹੈ ਤਾਂ 3 ਵਧਾ ਦਿਓ ਤੁਸੀਂ ਵੀ ਜਦੋਂ ਪਹਿਲੇ ਜਿਹੜੇ ਘੱਟ ਸੀ ਤਾਂ ਆਪਾਂ ਘਟਾਇਆ ਸੀ ਹੁਣ ਜ਼ਿਆਦਾ ਤਾਂ ਆਪਾਂ ਕੀ ਕਰਨਾ ਵਧਾ ਦੇਣਾ ਤੇ 103 ਦੇ ਵਿੱਚ 3 ਵਧਾਈਏ ਤਾਂ ਆਪਾਂ ਕਿੰਨਾ ਹੋ ਗਿਆ 106 ਔਰ ਜਿੰਨਾ ਜ਼ਿਆਦਾ ਹੈਗਾ ਉਹਦਾ ਪਿੱਛੇ ਸਕੁਅਰ ਲਿਖ ਦਿਓ 3 ਜ਼ਿਆਦਾ ਸੀ ਤਾਂ 3 ਦੇ ਪਿੱਛੇ ਸਕੁਅਰ ਲਿਖਤਾ ਆਪਾਂ 10609 ਆਨਸਰ ਆ ਗਿਆ ਹਾਂਜੀ ਗਾਇਸ ਡਾਊਟ ਬੋਲੋ ਜੀ ਹਾਂਜੀ ਬਾਕੀ ਸਕੁਅਰ ਜਿਹੜਾ 107 ਦਾ ਸਕੁਅਰ 109 ਦਾ ਸਕੁਅਰ ਜਲਦੀ ਸੋਲਵ ਕਰਕੇ ਮੈਨੂੰ ਆਨਸਰ ਦਿਓ 107 ਦਾ ਸਕੁਅਰ 109 ਦਾ ਸਕੁਅਰ ਜਲਦੀ ਸੋਲਵ ਕਰਕੇ ਮੈਨੂੰ ਆਨਸਰ ਦਿਓ ਹਾਂਜੀ ਸੁਭਾਸ਼ ਚੰਦਰ ਬਿਲਕੁਲ ਠੀਕ ਹੈ ਜੀ ਮੈਂ ਕਾਮਰਾ ਠੀਕ ਹੈ ਆਨਸਰ ਤੁਹਾਡਾ ਨੇਹਾ ਕਾਮਰਾ ਬਿਲकुल ਠੀਕ ਹੈ ਸਿਮਰਨ ਸਰਨ 9216 ਤੁਸੀਂ ਅਜੇ ਪਿੱਛੇ ਹੀ ਫਿਰਦੇ ਪਏ ਹੋ ਹਾਂਜੀ ਗਾਇਜ਼ 107 ਤੇ 109 ਦਾ ਸਕੁਅਰ ਜਲਦੀ ਸੋਲਵ ਕਰਕੇ ਮੈਨੂੰ ਆਨਸਰਸ ਦਿਓ ਫਿਰ ਅੱਗੇ ਚਲੀਏ ਆਪਾਂ ਬੜਾ ਕੁਝ ਕਰਨਾ ਹੈ ਆਪਾਂ ਅੱਜ 107 ਦਾ ਸਕੁਅਰ ਹੋ ਗਿਆ 114 ਬਿਲकुल बिल्कुल नेहा शर्मा बिल्कुल ठीक है वेरी गुड गुड का 118 81 बिल्कुल 109 ਦਾ ਹਾਂਜੀ 107 ਦਾ ਬਿਲकुल ਸੋਲਵ ਕਰ ਲਿਆ ਸਟੂਡੈਂਟਸ ਨੇ ਤੇ 107 ਜਿਹੜਾ 100 ਤੋਂ 7 ਜ਼ਿਆਦਾ ਹੈ ਤਾਂ ਆਪਾਂ 7 ਵਧਾ ਦੇਾਂਗੇ 114 ਹੋ ਗਿਆ ਔਰ ਪਿੱਛੇ 7 ਦਾ ਹੀ ਸਕੁਅਰ ਲਿਖਣਾ ਦੈਟ ਮੀਨਸ 49 ਆ ਗਿਆ ਬਿਲकुल ਠੀਕ ਹੈ ਅੱਗੇ ਆਪਾਂ 109 ਦਾ ਸਕੁਅਰ ਕਰਨਾ ਸੀ ਤਾਂ 109 ਜਿਹੜਾ 100 ਤੋਂ 9 ਜ਼ਿਆਦਾ ਤਾਂ 9 ਇਹਦੇ ਚ ਹੋਰ ਵਧਾ ਦਈਏ 118 ਔਰ ਪਿੱਛੇ 9 ਦਾ ਹੀ ਸਕੁਅਰ ਲਿਖ ਦਾਂਗੇ ਦੈਟ ਮੀਨਸ 118 81 ਆਨਸਰ ਆ ਗਿਆ ਹਾਂਜੀ ਦੋ ਚੀਜ਼ਾਂ ਆਪਾਂ ਕੀਤੀਆਂ ਨੇ ਮੇਰੇ ਖਿਆਲ ਨਾਲ ਸਾਰੇ ਸਟੂਡੈਂਟਸ ਨੂੰ ਕਲੀਅਰ ਹੋ ਗਈ ਹੋਏਗੀ ਅੱਗੇ ਚੱਲਦੇ ਹਾਂ ਆਪਾਂ ਹਾਂਜੀ ਗਾਇਸ ਲੈਕਚਰ ਕੰਟੀਨਿਊ ਕਰੀਏ ਆਪਾਂ एक सौ अठारह 72 क्यों दे रहे हो आंसर संदीप कितने गलती कर रहे हो 9 ਦਾ ਸਕੁਅਰ 81 ਹੁੰਦਾ ਹੈ ਪਿੱਛੇ ਆਪਾਂ ਵਰਗ ਲਿਖਣਾ ਹੈ 107 ਦਾ 114 49 ਬਿਲकुल ਠੀਕ ਹੈ ਚਲੋ ਆ ਜਾਓ ਅਗਲੇ ਤੇ ਹਾਂਜੀ ਹੁਣ ਅਗਲਾ ਸਕੁਅਰ ਦੀ ਅੱਜ ਆਪਣੀ ਲਾਸਟ ਟ੍ਰਿਕ ਸਕੁਅਰ ਦੀ ਅੱਜ ਦੀ ਲਾਸਟ ਟ੍ਰਿਕ ਫਿਰ ਆਪਾਂ ਵਰਗਮੂਲ ਵੱਲ ਚੱਲਾਂਗੇ ਸਕੁਅਰ ਦੀ ਆਪਣੀ ਲਾਸਟ ਟ੍ਰਿਕ ਅੱਜ ਦੀ हाँ जी गाइस क्लियर हो गया है हाँ जी गाइस आज स्केयर दी ਆਪਾਂ ਲਾਸਟ ਟ੍ਰਿਕ ਤੇ ਪਹੁੰਚ ਰਹੇ ਹਾਂ ਡਨ ਸਰ ਵੈਰੀ ਗੁੱਡ ਗਗਨਦੀਪ हाँ जी गुड हाँ जी गाइस ਸੈਸ਼ਨ ਚ ਮਜ਼ਾ ਆ ਰਿਹਾ ਹੈ ਕੁਝ ਚੀਜ਼ਾਂ ਨਵੀਆਂ ਸਿੱਖਣ ਨੂੰ ਮਿਲ ਰਹੀਆਂ ਜੀ ਓਕੇ गाइस ਬਿਲਕੁਲ ਚੱਲੀ ਚੱਲਨੇ ਆ ਜੀ ਬਿਲਕੁਲ ਚੱਲੀ ਚੱਲਨੇ ਆ ਤੁਹਾਡੀ ਸਪੋਰਟ ਚਾਹੀਦੀ ਹੈ ਬਸ हाँ जी गाइस आ जाओ ਹੁਣ ਆਪਣੇ ਕੋਲ ਲਾਸਟ ਜਿਹੜਾ ਸਕੁਅਰ ਦਾ ਮੈਥਡ ਹੈ ਇਹ ਆਪਣਾ ਉਹ ਮੈਥਡ ਹੋਏਗਾ ਜਿਹੜਾ ਆਪਾਂ ਕਿਸੇ ਵੀ ਨੰਬਰ ਦੇ ਉੱਤੇ ਅਪਲਾਈ ਕਰ ਸਕਦੇ ਹਾਂ ਜੀ ਆਪਾਂ ਬਿਲਕੁਲ ਜਿਹੜਾ ਕਿਸੇ ਵੀ ਨੰਬਰ ਤੇ ਜਿਹੜਾ ਆਪਾਂ ਅਪਲਾਈ ਕਰ ਸਕਦੇ ਹਾਂ ਮੀਨਸ ਦੇਖੋ ਜਿਹੜਾ ਆਪਾਂ ਪਹਿਲੇ ਦੋ ਮੈਥਡ ਡਿਸਕਸ ਕੀਤੇ ਨੇ ਉਹਨਾਂ ਦੀ ਲਿਮਿਟੇਸ਼ਨ ਇਹ ਸੀਗਾ ਕਿ ਇੱਕ ਜਿਹੜਾ ਮੈਥਡ ਸੀਗਾ ਉਹ ਜਿੰਨਾ ਪਿੱਛੇ 5 ਆਂਦਾ ਸੀ ਉਹਨਾਂ ਤੇ ਅਪਲਾਈ ਹੁੰਦਾ ਸੀ ਔਰ ਦੂਜਾ ਜਿਹੜਾ ਮੈਥਡ ਹੈਗਾ ਸੀਗਾ ਉਹ ਨੀਅਰ ਬਾਈ 100 ਦੇ ਆਪਾਂ ਯੂਜ਼ ਕਰਦੇ ਸੀਗੇ ਹੁਣ ਜਿਹੜਾ ਆਪਾਂ ਮੈਥਡ ਕਰਨਾ ਹੈ ਗਾਇਜ਼ ਉਹਨੂੰ ਆਪਾਂ ਕਿਸੇ ਵੀ ਨੰਬਰ ਦੇ ਉੱਪਰ ਯੂਜ਼ ਕਰ ਸਕਦੇ ਹਾਂ ਮਤਲਬ ਕੋਈ ਵੀ ਨੰਬਰ ਜਿਹੜਾ ਆ ਜੇ ਆਪਾਂ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਹਾਂਜੀ ਗਾਇਜ਼ ਹੁਣ ਥੋੜਾ ਧਿਆਨ ਨਾਲ ਸਮਝਿਆ ਜੇ ਚੀਜ਼ ਨੂੰ ਤੁਹਾਡੇ ਵਾਸਤੇ ਥੋੜੀ ਜਿਹੀ ਸ਼ਾਇਦ ਹੋ ਸਕਦਾ ਨਿਊ ਹੋਵੇ ਦੇਖੋ ਮੈਥਡ ਬਹੁਤ ਸਾਰੇ ਹੁੰਦੇ ਨੇ ਤੁਹਾਨੂੰ ਬਹੁਤ ਸਾਰੇ ਮੈਥਡਸ ਮਿਲ ਜਾਣਗੇ ਬਟ ਆਪਾਂ ਜਿਹੜਾ ਉਹ ਸਭ ਤੋਂ ਇਫੈਕਟਿਵ ਮੈਥਡ ਜਿਹੜਾ ਤੁਹਾਨੂੰ ਲੱਗੇਗਾ ਉਹਨੂੰ ਯੂਜ਼ ਕਰਕੇ ਚੱਲਣਾ ਆਪਾਂ ਠੀਕ ਹੈ ਜੀ ਤਾਂ ਮੈਂ ਆਦੇ ਵੱਲੋਂ ਇੱਕ ਬੈਸਟ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਇਹ ਮੈਥਡ ਆਪਾਂ ਸਿੱਖ ਰਹੇ ਹਾਂ ਇਹ ਸਭ ਤੋਂ ਈਜ਼ੀ ਹੈ ਕਿਸੇ ਵਰਗ ਨੂੰ ਸੋਲਵ ਕਰਨ ਵਾਸਤੇ ਤੇ ਸਭ ਤੋਂ ਪਹਿਲੇ ਮੈਂ ਬਹੁਤ ਛੋਟਾ ਜਿਹਾ ਨੰਬਰ ਲਿਆ ਹੈ 23 ਦਾ ਸਕੁਅਰ ਕਰਨਾ ਆਪਾਂ ਆਰਾਮ ਨਾਲ ਪਹਿਲੇ ਧਿਆਨ ਨਾਲ ਸਮਝੋ ਹੁਣ ਕਮੈਂਟਸ ਇੱਕ ਵਾਰੀ ਛੱਡ ਦਿਓ ਆਰਾਮ ਨਾਲ ਸਮਝੋ ਚੀਜ਼ ਨੂੰ ਆਪਾਂ 23 ਦਾ ਸਕੁਅਰ ਕਰਨਾ ਹੈ 23 ਦਾ ਆਪਾਂ ਸਕੁਅਰ ਕਰਨਾ ਹੈ
23 ਦਾ ਸਕੁਅਰ ਕਰਨਾ है। बहुत छोटा ਜਿਹਾ ਨੰਬਰ है, मेरे ख्याल ਨਾਲ लगभग बहुत स्टूडेंट्स ਨੂੰ ਆਂਦਾ ਹੀ ਹੋਏਗਾ कि 23 ਦਾ ਸਕੁਅਰ याद ही होएगा कि कितना हैगा, पर ਆਪਾਂ ਕਿਵੇਂ ਸੋਲਵ ਕਰਨਾ है ध्यान ਨਾਲ ਸਮਝਿਆ जी। देखो 23 ਦਾ ਸਕੁਅਰ ਹੁਣ मैं ਕਿਵੇਂ ਸੋਲਵ ਕਰਨਾ है। सब तो पहले देखो ਜਿਹੜਾ यूनिट प्लेस ਤੇ ਨੰਬਰ ਪਿਆ ਹੋਇਆ ਹੈ, यूनिट प्लेस ਤੇ ਕੀ ਪਿਆ ਆਪਣੇ ਕੋਲ, ਇਕਾਈ ਅੰਕ ਤੇ ਕੀ ਪਿਆ ਹੈ 3, ਤਾਂ 3 ਦਾ ਸਕੁਅਰ ਕੀ ਹੁੰਦਾ 9, ਤਾਂ ਮੈਂ ਲਿਖ ਲਿਆ 9। 3 ਦਾ ਸਕੁਅਰ ਕੀ ਹੁੰਦਾ 9, ਤਾਂ ਆਪਾਂ ਕੀ ਲਿਖ ਲਿਆ 9। ਉਸ ਤੋਂ ਬਾਅਦ ਕੀ ਕਰਨਾ ਹੈ, ਥੋੜਾ ਜਿਹਾ ਧਿਆਨ ਨਾਲ ਸਮਝਿਆ ਜੇ, ਬਸ ਆ ਥੋੜੀ ਚੀਜ਼ ਸਮਝਣ ਵਾਲੀ ਹੈ। ਆਪਾਂ ਕੀ ਕਰਨਾ ਹੈ, ਆਪਾਂ ਤਿੰਨਾਂ ਨੰਬਰਸ ਨੂੰ ਮਲਟੀਪਲਾਈ ਕਰਨਾ ਹੈ ਆਪਸ, ਕਿਹੜੇ ਨੰਬਰ 2 गुना 3 गुना 2 मींस 2 गुना 3 गुना 2, आ ਤਿੰਨਾਂ ਨੰਬਰਸ ਨੂੰ ਆਪਸ ਆਪਾਂ ਕੀ ਕਰਨਾ ਹੈ, ਗੁਣਾ ਕਰਨਾ ਹੈ। ਤਾਂ 3 into 2 ਹੋ ਗਿਆ 6, 6 into 2 ਹੋ ਗਿਆ 12, ਤਾਂ 12 ਦਾ ਕੀ ਹੈ ਦੇਖੋ 2 ਆਪਾਂ ਇੱਥੇ ਲਿਖ ਲਿਆ, ਇੱਕ ਕੀ ਹੈ ਕੈਰੀ ਚ ਲਿਖ ਲਿਆ। ਅੱਗੇ ਕੀ ਆ ਗਿਆ ਦੇਖੋ 2, 2 ਦਾ ਸਕੁਅਰ ਕੀ ਹੁੰਦਾ 4, ਤਾਂ 2 ਦਾ ਸਕੁਅਰ ਲਿਖ ਲਿਆ 4। ਤਾਂ ਗਾਇਸ ਸਾਰਿਆਂ ਨੂੰ ਜੋੜ ਦਿਓ ਬਸ, 9 2 4 ਤੇ 1 ਕੀ ਹੋ ਗਿਆ 5, ਤਾਂ 23 ਦਾ ਸਕੁਅਰ ਕੀ ਆ ਗਿਆ 529 ਆ ਗਿਆ। ਮੇਰੇ ਖਿਆਲ ਨਾਲ ਸ਼ਾਇਦ ਕੁਝ ਕਮੀ ਰਹਿ ਗਈ ਹੋਏਗੀ, ਹਜੇ ਸਮਝਣ ਦੇ ਵਿੱਚ ਕੁਝ ਪ੍ਰੋਬਲਮ ਆਈ ਹੋਏਗੀ ਤੁਹਾਨੂੰ, ਠੀਕ ਹੈ। ਐਗਜ਼ਾਮਪਲਸ ਆਪਾਂ ਹੋਰ ਕਰਾਂਗੇ, ਜਿੰਨੀਆਂ ਐਗਜ਼ਾਮਪਲਸ ਕਹੋਗੇ ਕਰੀ ਜਾਾਂਗੇ, ਬਹੁਤ ਨੰਬਰਸ ਨੇ ਆਪਣੇ ਕੋਲੋਂ, ਬਟ ਕਨਸੈਪਟ ਜਿਹੜਾ ਉਹ ਸਮਝ ਆਣਾ ਚਾਹੀਦਾ ਆਪਾਂ ਨੂੰ, ਠੀਕ ਹੈ। ਐਗਜ਼ਾਮਪਲ ਇੱਕ ਹੋਰ ਦੇਖੋ, ਆਪਾਂ ਕਰਨਾ ਹੈ ਜੀ 52 ਦਾ ਸਕੁਅਰ। ਆਰਾਮ ਨਾਲ ਸਮਝੋ ਚੀਜ਼ ਨੂੰ, 2-3 ਐਗਜ਼ਾਮਪਲ ਪਹਿਲੇ ਸਮਝਿਆ ਕਰੋ। ਕੋਈ ਜਿਹੜਾ ਨਵਾਂ ਮੈਥਡ ਹੁੰਦਾ ਨਾ, ਉਹਨੂੰ ਸਮਝਣ ਲੱਗਿਆ ਦਿਮਾਗ ਦੇ ਵਿੱਚ ਪੈਣ ਲੱਗਿਆ ਟਾਈਮ ਲੱਗਦਾ ਹੈ, ਤੇ ਆਰਾਮ ਨਾਲ ਸਮਝੋ ਚੀਜ਼ ਨੂੰ। ਆਪਾਂ 52 ਦਾ ਸਕੁਅਰ ਕਰਨਾ ਹੈ, ਤਾਂ ਕੀ ਕਰਨਾ ਆਪਾਂ, ਪਿੱਛੇ ਪਿਆ 2, ਤਾਂ 2 ਦਾ ਸਕੁਅਰ ਕੀ ਹੁੰਦਾ 4, ਆਪਾਂ ਲਿਖ ਲਿਆ 4। 2 ਦਾ ਸਕੁਅਰ ਹੁੰਦਾ 4, ਆਪਾਂ ਕੀ ਹੈ 4 ਲਿਖ ਲਿਆ। ਉਸ ਤੋਂ ਬਾਅਦ ਕੀ ਕਰਨਾ ਆਪਾਂ, ਸਾਰੇ ਨੰਬਰਸ ਨੂੰ ਮਲਟੀਪਲਾਈ ਕਰਨਾ ਹੈ। ਕਿਹੜੇ ਕਿਹੜੇ ਨੰਬਰਸ ਨੂੰ, ਆ ਨੰਬਰਸ ਨੂੰ, 5 ਗੁਣਾ 2 ਗੁਣਾ 2, ਤਾਂ 5 into 2 ਹੋ ਗਿਆ 10, 10 into 2 ਹੋ ਗਿਆ 20, 10 into 2 ਹੋ ਗਿਆ 20, ਤਾਂ ਆਪਾਂ ਕੀ ਕਰਾਂਗੇ 20 ਦਾ 0 ਇੱਥੇ ਲਿਖ ਲਿਆ, 2 ਕੈਰੀ ਚਲਾ ਗਿਆ ਆਪਣਾ, ਕਲੀਅਰ ਹੈ। 0 ਥੱਲੇ ਲਿਖ ਲਿਆ, 2 ਕੀ ਹੈ ਕੈਰੀ ਚਲਾ ਗਿਆ। ਉਸ ਤੋਂ ਬਾਅਦ ਕੀ ਲਿਖਣਾ ਆਪਾਂ, 5 ਦਾ ਸਕੁਅਰ। 5 ਦਾ ਸਕੁਅਰ ਕੀ ਹੁੰਦਾ ਜੀ 25, ਤਾਂ ਗਾਇਸ ਆਨਸਰ ਕੀ ਆ ਗਿਆ 4 0 7 ਤੇ 2, ਤਾਂ ਗਾਇਸ ਆਨਸਰ ਕੀ ਹੋ ਗਿਆ ਆਪਣਾ 2704। आंसर की हो गया 2704। वेरी गुड, मैं कामरा ने आंसर देता है। हाँ जी गाइस, गुड टेक्निक, थैंक यू गाइस, थैंक यू। 2704 बिल्कुल कंसेप्ट समझ आना चाहिए। देखो मैथड जेड़ा मर्जी यूज कर लो, अगर आप पेपर च बह के 52 गुना 52 करते पे हाँ तां भी अपना आंसर उन्ना ही आना है। जे आप किसी ट्रिक नाल करते पे आंसर तां भी आपां नूं उवें ही आना है। हाँ जी गाइज विकास, थैंक यू गाइज। बिल्कुल जिहड़ा लिंक है तुहानूं शेयर कर दांगे। बिल्कुल किवें तुसीं सारी चीज़ां परचेज करनियां ने, किवें कोर्स खरीदना, वो सारी गल करांगे गाइज। पहले सिर्फ सैशन नूं इंजॉय करो, चीज़ां नूं सीखो कि आपां कित्थे कित्थे अपने जिहड़े है वो कमी रह गई सीगी अपने, ठीक है जी। बिल्कुल बेस्ट चीज़ां तुहानूं जिहड़ियां असीं प्रोवाइड करवावांगे, ठीक है जी। आ जाओ एग्जाम्पल एक होर करते हैं, तो आपां छोटे छोटे नंबर्स लए ने, थोड़ी जी वड्डी एग्जाम्पल लैने आ। 78 ਦਾ ਸਕੁਅਰ, आ जाओ 78 ਦਾ ਸਕੁਅਰ ਆਪਾਂ ਕਰਨਾ ਹੈ, ठीक है जी, गुड। 78 ਦਾ ਸਕੁਅਰ ਆਪਾਂ ਕਰਨਾ ਹੈ, ਤਾਂ ਆਪਾਂ ਕਿਵੇਂ ਸੋਲਵ ਕਰਨਾ ਧਿਆਨ ਨਾਲ ਸਮਝਾਂਗੇ। ਤਾਂ ਪਿੱਛੇ ਆਪਣੇ ਕੋਲ ਪਿਆ ਹੈ 8, 8 ਦਾ ਸਕੁਅਰ ਕਿੰਨਾ ਹੁੰਦਾ ਹੈ ਗਾਇਸ 64, ਤੇ 64 ਦਾ 4 ਲਿਖ ਲਿਆ ਆਪਾਂ। 6 ਆਪਾਂ ਇੱਕ ਵਾਰੀ ਸਾਈਡ ਤੇ ਲਿਖ ਲਾਂਗੇ ਕਿਉਂਕਿ ਕੈਰੀ ਵਾਲਾ ਹੈ। 6 ਕੀ ਹੈ ਸਾਈਡ ਤੇ ਲਿਖ ਲਾਂਗੇ, 6 ਆਪਾਂ ਸਾਈਡ ਤੇ ਲਿਖ ਲਾਂਗੇ। ਉਸ ਤੋਂ ਬਾਅਦ ਕੀ ਕਰਨਾ ਹੈ, ਸਾਰੇ ਨੰਬਰਸ ਨੂੰ ਗੁਣਾ ਕਰਨਾ है। तो 7 into 8 into 2 करिए, तो 7 into 8 56 हो गया, 56 into 2 हो गया 112, तो 112 ते 6 अपना कैरी वाला सीगा गाइस, तो 112 ते 6 हो गया 118, 118 का लास्ट डिजिट लिख लिया 8 और 11 की है कैरी देता। तो 7 का स्क्वायर की होंगे गाइस 49, तो इत्थे लिख लो 49, 4 8 0 1 4 5 ते 1 6, तो गाइस 78 का स्क्वायर कितना आ गया जी 7084। 78 का स्क्वायर कितना आ गया 6084, सॉरी 6084। बिल्कुल बलकार सिंह, बिल्कुल ठीक है जी आंसर, गुड। हाँ जी गाइस, कंसेप्ट क्लियर हो गया ना। आज एक क्वेश्चन और सॉल्व करते हैं, आप एक क्वेश्चन और सॉल्व करते हैं। मैं इरेज कर रहे हैं एक बारी।
आ जाओ 59 का स्केयर करना है आपां। देखो गाइस मैथड्स बहुत सारे ने, जिन्ने कहोगे करवा दांगा, बट जिन्ने ज्यादा मैथड्स करी जाओगे उन्ने ज्यादा कंफ्यूज हो जावांगे कि बेटर है कि इको मैथड नाल आपां चलिए। बिल्कुल 6084। अच्छा लेक्चर, थैंक यू गाइस। करण थैंक यू, काफी क्लियर हो गया सर, वेरी गुड, थैंक यू प्रियंका। गौरव आहूजा नाइस, थैंक यू। चलो आ जाओ बिल्कुल सीखते हैं। 59 का स्केयर करना है आपां, तो आपां की करना है गाइस 9 का स्केयर। 9 का स्केयर की हुंदा 81, तो आपां की लिख लिया 1। 8 जिहड़ा हैगा वो कैरी लिखता, वो 8 की है साइड ते लिख लिया कैरी वास्ते। उस तो बाद की करना है सारे नंबर्स नु गुणा करो जी। 9 × 5 45, 45 × 2 90, 90 ते 8 अपना कैरी वाला सीगा 98, तो 98 का गाइस 8 लिख लिया आपां, 9 कैरी भेजता, तो 5 का स्केयर हुंदा जी 25, तो गाइस प्लस मैनू करना आंदा ही है 9 5 14 ते 2 ते 1 3, 25 दिन हो गया 34, दैट इज 3481। वेरी गुड बलकार सिंह, 3481। नेहा शर्मा बिल्कुल ठीक है जी, 3481 आंसर 3481, वेरी गुड। किरण ढिल्लों सॉरी, वेरी गुड गुड। हाँ जी हुण जल्दी जल्दी तुसीं मैनू 77 का स्केयर ते 88 का स्केयर सॉल्व करो, ताकि आपां अगली ट्रिक जिहड़ी बड़ी इंपॉर्टेंट अपने वास्ते वर्गमूल ते चलीए। आपां अज घनमूल करांगे, वर्गमूल कल पढ़ांगे, अज आपां घनमूल करांगे पहले। बड़ा अच्छा क्वेश्चन है, जल्दी सॉल्व कर दो मैनू 77 का स्केयर ते 88 का स्केयर। ओके काटपाल 3481 बिल्कुल ठीक है जी। किड्जी फाजिल का 5929 नाइस ट्रिक, थैंक यू। चलो कोई नहीं, सॉल्व करो पहले तुसी, ट्रिक्स होर बड़िया वधिया वधिया लियावांगे। तुसी कहंदे सी मैथ्स औखा हुंदा, मैथ्स चुटकियां दे विच करांगे आपां, सब तो सौखा सबजैक्ट बना दांगा मैथ्स, ये मेरा प्रॉमिस है। हाँ जी गाइज 88 ते 77 का स्केयर दिओ मैनू। 59 कर लिया आपां, 88 ते 77 का स्केयर हल करके दिओ जल्दी। चौंती 81 ठीक है जी, बिल्कुल ठीक है, बिल्कुल बलकार सिंह का आंसर आ गया 5929 7744। करण ठकराल, किरण ठकराल, हाँ जी करो करो सॉल्व करो। हरी अप गाइस सॉल्व करो फटाफट। हाँ जी कुछ लगभग सारे दे आंसर जेडे आ चुके हैं। 88 का स्केयर दिता है जी 7744 बिल्कुल ठीक है, और 77 का 5929 बिल्कुल ठीक है जी, बिल्कुल ठीक है। गुड चलो जी मैं अगे चल रहा, ठीक है जी। ये सॉल्व तुसी कर लिया, चीज़ां समझ गए हो तुसी मेरे ख्याल नाल अच्छे ढंग नाल। क्लियर, अगे चलते हैं आपां। देखो वर्गमूल, वर्गमूल जेड़ा आपां कल डिस्कस करांगे, पहले आपां घनमूल डिस्कस करना है। वर्गमूल भी बड़ी अच्छी ट्रिक करावांगा तुहानू, ट्रिक नाल सॉल्व करावांगा। पहले आपां घनमूल नू हल करना है कि घनमूल नू किवें सॉल्व करना है आपां। क्यूब रूट आ जाओ हुण एक बारी स्केयर छड्ड दो। स्केयर आपां अच्छे ढंग नाल पढ़ लिया है, काफी चीज़ां तुहाडियां सॉल्व जिहड़ियां मैं स्केयर दे विच करातियां ने, होर भी मैथड करा दांगा कि आपां होर किवें सॉल्व करना है। बिल्कुल बिल्कुल जी, होर मैथड भी कर लांगे, पर आ जाओ हुण एक बारी क्यूब रूट ते आ जाओ, घनमूल ते आ जाओ। घनमूल नू किवें हल करना है उहदे ते गल कर लईए पहले आपां। चलो आ जाओ जी, क्यूब रूट आपां हल कर लीए, स्केयर आपां हल कर लिया है, क्यूब रूट ते आ जाइए। स्लाइड चेंज हो रही है, किसी स्टूडेंट का डाउट रह गया है, कोई चीज वर्ग दे विच पूछना चाहते हो तो पूछ सकते हो। मैं होर भी मैथड तुहानू बिल्कुल करावांगा,
पर आप क्यूब रूट ते आ जाइए। हाँ जी करण, नो डाउट। नेक्स्ट सर, क्लियर सर, ओके प्रियंका, चलते हैं जी, अगे चलते हैं आप। हाँ जी गाइस, क्यूब रूट की गल कर ली उन्हें आप। क्यूब रूट तो देखो, क्यूब रूट नू हल करने वास्ते सब तो जी इंपॉर्टेंट चीज है 1 to 10 तक अपने ਜਿਹੜੇ क्यूब है वो लर्न होने चाहिए। ਆਪਾਂ 1 to 10 तक ਜਿਹੜੇ क्यूब ने वो ਆਪਾਂ याद होने चाहिए। बाकी सारा कुछ मेरे ते छड़ दो, बाकी सारा कुछ आप हल कर लांगे। बस 1 to 10 क्यूब याद कर लिया जे। बाकी अपन कोई भी क्वेश्चन जो घड़मूल से आ जाए वो अपना नहीं रुकता। बस 1 to 10 क्यूब जोड़े वो याद कर लिया जे। आ जाओ, तो 1 to 10 क्यूब जोड़े ने अगे लिखे हुए ने। गाइस थोड़ी जी मिस्टेक हो गई हुई है क्यूब लिखने के, 4 का क्यूब ऊपर आ गया, 2 का नीचे होना सीगा, शायद प्रिंटिंग मिस्टेक हो गई है थोड़ी जी। तो 1 का क्यूब 1, 2 का क्यूब 8, 3 का 27, 4 का 64। थोड़ी प्रिंटिंग मिस्टेक हो गई है, कल तक मैं करैक्ट करा दांगा इनू। 5 का 125, 6 का 216, 7 का 343, 8 का 512, 9 का 729, 729 ਤੇ 10 ਦਾ 1000। ਇਹ 1 to 10 ਜਿਹੜੇ क्यूब ने वो ਆਪਾਂ ਨੂੰ याद होने चाहिए। दो बारी रीड कर लिया जे, 2 बारी रीड करने तो बाद सारे दे सारे याद हो जाएंगे, क्योंकि आप कॉम्पिटिटिव लाइन की तैयारी कर रहे हैं तो इन्ना का दिमाग अपना तेज होना चाहिए। आ जाओ क्यूब रूट हल करिए। तो मैं एक फर्स्ट क्वेश्चन ले रहा, आराम नाल समझिया जे गाइस, बड़ी वधिया ट्रिक है और बहुत जल्दी हल करते हैं आप इस चीज नूं। पहला क्वेश्चन लिया मैं, गाइस पीडीएफ वगैरह की किसी चीज की टेंशन ना लो, तुसी सिर्फ पढ़ो, सारा कुछ मिल जाएगा तुहानू। ठीक है ना, सारा कुछ मिल जाएगा आपां नू, तुसी सिर्फ पढ़ो। 91,125 मैं एक पहला क्वेश्चन ले रहा गाइस। 91,125 एक किंदा क्यूब है, आप फाइंड आउट करना है। ठीक है जी, ध्यान नाल समझिया जे, जो भी आप क्यूब रूट फाइंड आउट करना उनके वास्ते आपको 1 to 10 तक क्यूब याद होने चाहिए ने, आप साइड ते लिखे हुए है। ठीक है, आप की करना है, जो भी कोई कोई क्यूब आया उनके लास्ट 3 डिजिट अलग कर लो, लास्ट 3 डिजिट अलग कर लो। ठीक है जी, लास्ट 3 डिजिट अलग कर लो। जेडे डिजिट अलग किए ने उनका लास्ट डिजिट चेक करो की है 5। उनका लास्ट डिजिट अगर आप चेक करिए तो वह की है 5। तो आप जेडे 1 to 10 क्यूब लिखे ने वो 5 किंदे पिछे आ रहा है, देखो 125, 125 किंदा क्यूब है 5 का, तो आप भी की लिख लांगे इत्थे 5, आप भी की लिख लांगे 5। क्लियर, अगे बच गया अपने को 91, अगे बच गया 91। तो 91 नू चेक करो गाइज कि 91 किहड़े क्यूब तो लैके, किहड़े कण तो लैके किहड़े कण दे विचकार आंदा पिया। मतलब 91 अगर आप देखिए तो 91 27 तो बाद आ रहा, इत्थे मैं 4 का क्यूब लिख देना गाइस, थोड़ी प्रॉब्लम हो जाएगी। इत्थे लिख देना मैं 4 का क्यूब। आप 2 मिनट ठीक करा लेने, ठीक कर लेने। सर 2 मिनट आप ठीक कर लिए सर, थोड़ा सा सही कर दो। 4 इत्थे 2 ऊपर आना सीगा, 4 नीचे आना सी। एंड शो कर लो, डिस्कार्ड कर दो। कट कर दो, 4 इत्थे 27 के नीचे। ओके गाइस, हाँ जी चलो आ जाओ, दोबारा आ जाओ। क्यूब रूट की गल ही आप कर रहे हैं, तो मैं एक क्वेश्चन लिया 91,125। 91,125 किंदा क्यूब है, आप फाइंड आउट करना, बिल्कुल जी 45 का। तो 125 आप की करना है, 3 डिजिट सैपरेट कर लेने हैं सब तो पहले।
ਜਿਹੜੇ ਡਿਜਿਟ ਆਪਾਂ ਅਲੱਗ ਕੀਤੇ ਨੇ ਉਹਦਾ ਲਾਸਟ ਡਿਜਿਟ ਚੈੱਕ ਕਰੋ, ਉਹਦਾ ਲਾਸਟ ਡਿਜਿਟ ਕੀ ਹੈ 5। ਤਾਂ ਆਪਾਂ ਦੇਖੀਏ ਜਿਹੜੇ ਕਿਊਬ ਆਪਾਂ ਲਿਖੇ ਨੇ ਉਹਦੇ ਵਿੱਚ 5 ਕਿੰਦੇ ਪਿੱਛੇ ਆ ਰਿਹਾ ਹੈ, ਉਹ 5 ਆ ਰਿਹਾ ਆਪਣੇ ਕੋਲ 125 ਤੇ 125 ਕਿੰਦਾ ਕਿਊਬ ਹੈ 5 ਦਾ। ਤਾਂ ਆਪਾਂ ਵੀ ਕੀ ਲਿਖ ਲਿਆ 5 ਲਿਖ ਲਿਆ ਇੱਥੇ। ਅੱਗੇ ਆਪਾਂ ਦੇਖੀਏ, ਅੱਗੇ ਆਪਣੇ ਕੋਲ ਹੈਗਾ 91, ਅੱਗੇ ਬਚ ਗਿਆ 91। ਤਾਂ 91 ਕਿੰਦੇ ਤੋਂ ਕਿੰਦੇ ਵਿਚਕਾਰ ਆ ਰਿਹਾ ਹੈ, 91 ਜਿਹੜਾ ਹੈ ਉਹ 64 ਤੋਂ ਬਾਅਦ ਆਂਦਾ ਹੈ ਤੇ 125 ਤੋਂ ਪਹਿਲੇ ਆਂਦਾ ਹੈ, ਮਤਲਬ 4 ਤੇ 5 ਦੇ ਵਿਚਕਾਰ ਆ ਰਿਹਾ ਹੈ। 91 ਜਿਹੜਾ ਉਹ 64 ਤੋਂ ਬਾਅਦ ਆਂਦਾ ਹੈ ਤੇ 125 ਤੋਂ ਪਹਿਲੇ ਆਂਦਾ ਹੈ, ਮਤਲਬ 4 ਤੋਂ 5 ਦੇ ਵਿਚਕਾਰ ਆ ਰਿਹਾ ਹੈ। ਤਾਂ ਦੋਵਾਂ ਚੋਂ ਜਿਹੜਾ ਛੋਟਾ ਨੰਬਰ ਹੋਵੇ ਉਹ ਲੈ ਲਿਆ ਕਰੋ। 4 ਤੇ 5 ਚੋਂ ਛੋਟਾ ਨੰਬਰ ਕੀ ਹੈ 4, ਤਾਂ ਅੱਗੇ ਲਿਖਤਾ 4। ਤਾਂ ਦੈਟ ਮੀਨਸ ਕਿੰਦਾ ਕਿਊਬ ਹੈ 45 ਦਾ ਕਿਊਬ ਹੈ। ਕਿੰਦਾ ਕਿਊਬ ਹੈ 45 ਦਾ। आ जाओ अगली एग्जांपल दे आ जाओ, एग्जांपल समझी जाओ। मैं एक होर क्यूब लै रहा 157464 157464 किंदा क्यूब है आपां फाइंड आउट करना है। तो आपां की करना है जी, देखो सब तो पहले तो लास्ट 3 डिजिट अलग कर लो, 3 डिजिट अलग कर ले, जेडे अलग कीते उनदा लास्ट डिजिट चेक करो, लास्ट डिजिट की है 4। तो 4 अपना किंदे पिछे आंदा है, देखो 4 आ रहा है 64 दे पिछे, दैट मीनस 4 इत्थे आ रहा है और एक किंदा क्यूब है 4 दा। तो आपां भी की लिख लिया इत्थे 4। क्लियर। अगे अपने को हैगा 157, अगे अपने को हैगा 157। तो 157 किंदे तो किंदे विचकार आ रहा है, तो 157 आपां नूं पता है कि 125 तो बाद आंदा है, 216 तो पहले आ जांदा है। 157 125 तो बाद आंदा है, 216 तो पहले आ जांदा है, मतलब 5 ते 6 दे विचकार आ रहा है, 5 ते 6 ਦੇ ਵਿਚਕਾਰ ਆ ਰਿਹਾ ਹੈ। ਦੋਵਾਂ ਚੋਂ ਛੋਟਾ ਨੰਬਰ ਕਿਹੜਾ ਹੈ ਗਾਇਸ 5, ਤਾਂ ਆਪਾਂ ਅੱਗੇ ਲਿਖਤਾ 5। ਦੈਟ ਮੀਨਸ ਇਹ ਕਿੰਦਾ ਕਿਊਬ ਹੈ, ਕਿੰਦਾ ਕਣ ਹੈ 54 ਦਾ ਕਣ ਹੈ। ਇਹ ਕਿੰਦਾ ਕਣ ਹੈ 54 ਦਾ ਕਣ ਹੈ। क्लियर। बिल्कुल अमित कुमार 54 बिल्कुल सही है जी। आ जाओ एग्जाम्पल और करते हैं। आज एग्जाम्पल एक और करते हैं। बारह 167 किंदा कण है, ये आपां फाइंड आउट करना है जी। 12 167 किंदा कण है, ये आपां हल करना है। लास्ट 3 डिजिट अलग कर लो, 3 डिजिट अलग किते उनदा लास्ट डिजिट चेक करो की है 7, लास्ट डिजिट चेक करो की है 7। तो 7 किंदे पिछे आ रहा है, मैं इत्थों इरेज करना, इत्थों इरेज करना ताकि कोई समझण च प्रॉब्लम ना होवे आपां नूं। हाँ जी 12 167 लास्ट डिजिट की है 7, 7 किंदे पिछे आ रहा है 3 दे पिछे आ रहा है, तो आपां भी की लिख लिया जी 3 लिख लिया। क्लियर। अगे की बच गया 12, अगे की बच गया 12, तो 12 किंदे तो किंदे विचकार आ रहा है 8 ते 27 दे विचकार आ रहा है, मतलब 2 ते 3 दे विचकार आ रहा है। छोटा नंबर की है 2, तो 2 अगे लिख लो गाइस किंदी क्यूब है 23 का। वेरी गुड भजन लाल, बिल्कुल 12 167 किंदा क्यूब है जी 23 का क्यूब है। आ जाओ एक एग्जाम्पल और करते हैं, जल्दी सॉल्व करनी है, तुम अपने आप सॉल्व करनी है। 2-3 क्वेश्चन दे रहा मैं। 5832 5832 सॉल्व करो जल्दी। उस तो बाद तुसी गाइस हल करना है 50653, ए वाला क्यूब हल करना है। बिल्कुल जी वेरी गुड, चली चलो सॉल्व करी चलो फटाफट। उस तो बाद तुसी हल करना है जी 79507 किंदा क्यूब है, और लास्ट क्वेश्चन है जी हाँ जी गाइस 4 क्यूब तुहाडे अगे लिखे है, जल्दी जल्दी सॉल्व करके आंसर्स दियो।
4 क्यूब लिखे ने, ट्रिक करवाती है ਤੁਹਾਨੂੰ, बहुत ही ਵਧੀਆ ट्रिक करवाई है। हाँ जी गाइज, नैक्सट लैक्चर किस चीज का बिल्कुल गल करांगे, पहले इनू सॉल्व करो। हाँ जी गाइज, बिल्कुल आंसर आ रहे हैं जी, वेरी गुड, फटाफट आंसर आ रहे हैं। बहुत मजा आ गया गाइज ਤੁਹਾਡੇ ਨਾਲ पढ़ के यार, पढ़ के दोवें चीज़ा करके बहुत मजा आ गया। मैं बहुत इंजॉय किया सैशन ਨੂੰ। ਤੁਹਾਡੇ ਜਿਹੜੇ ਕਮੈਂਟਸ पढ़ के लग रहा है कि समझ आ गई है चीज़, मज़ा आया शायद कुछ पढ़ के, बट स्टिल कोई ਜਿਹੜਾ डाउट रह गया होगा वो भी ਆਪਾਂ कमी पेशी ਜਿਹੜੀ ਆ आने वाले ਲੈਕਚਰਸ पूरी करांगे। हाँ जी गाइज, फटाफट आंसर दो, मैं आंसर दसना ਤੁਹਾਨੂੰ की ने। हाँ जी, फर्स्ट क्वेश्चन सी अपना 5832, तो लास्ट 3 डिजिट अलग कर लीए, लास्ट 3 डिजिट अलग करिए तो लास्ट पे पिया है 2, 2 किंदे पिछे आ रहा है, 2 चेक करिए तो अपने को आ पिया 512, 512 किंदा क्यूब है 8 का, 5 किंदे तो किंदे विचकार आंदा पिया, 1 तो 8 दे विचकार आ रहा, छोटा अक्षर लेना जी आप, दैट मीनस 1 आ जाएगा, 18 का क्यूब है, जल्दी जल्दी सॉल्व करा करो। 3 3 किंदे पिछे पिया है 7 दे पिछे, 7 लिख लो। 50 किंदे तो किंदे विचकार आंदा है, 50 जेड़ा 27 तो बाद आंदा है, 64 तो पहले आ जाता है, छोटा क्या आ जाएगा 3, 37 का क्यूब है। हाँ जी गाइस, अगे आ जाओ। 7 7 किंदे पिछे आ रहा है 3, 79 किंदे तो किंदे विचकार आंदा है, 64 ते 125 दे विचकार आंदा है, मतलब 4 ते 5 दे विचकार आ रहे हैं, छोटा की है 4, 4 लिखता जी। अगे आ जाओ, लास्ट 3 डिजिट अलग करिए जी, 2, 2 किंदे पिछे आ रहा है 8 दे पिछे आ रहा है, 681, 681 किंदे तो किंदे विचकार आ रहा है, 512 ਦੇ 729 ਦੇ ਵਿਚਕਾਰ ਆ ਰਿਹਾ, मतलब 8 ਤੇ 9 ਦੇ ਵਿਚਕਾਰ ਆ ਰਿਹਾ, ਤੇ ਛੋਟਾ ਨੰਬਰ ਕੀ ਹੈ 8, ਤਾਂ 88। ਲਓ ਜੀ, ਕਿਊਬ ਰੂਟ ਵੀ ਆਪਾਂ ਜਿਹੜਾ ਹੈ ਉਹ ਚੁਟਕੀਆਂ 'ਚ ਹੱਲ ਕਰ ਲਿਆ ਕਿ ਆਪਾਂ ਦੇਖਦੇ ਹੀ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ ਕਿਊਬ ਰੂਟ ਦਾ। ਹਾਂਜੀ ਗਾਇਸ, ਕਲੀਅਰ ਹੈ मैम? हाँ जी गाइस, ऑल क्लियर, बिल्कुल 18 37 47 88, बिल्कुल 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 प्रिंस कुमार बिल्कुल सही ने जी। हाँ जी गाइस, नैक्सट जी क्लास है थोड़ी जीके की होएगी, बिल्कुल होने ही स्टार्ट होएगी। हाँ जी गाइस, कोई डाउट, कोई चीज पूछना चाहते हो, कोई डिस्कस करना चाहते हो कर लो। वर्गमूल जेड़ा आपां कल डिस्कस करांगे, वर्गमूल जेड़ा बिल्कुल आपां कल डिस्कस करांगे। ओके गाइस, एक लास्ट क्वेश्चन दिमाग दे विच आ गया, वो सॉल्व करके दिओ मैनू। सॉरी तुहानू जीके दी क्लास 5 मिनट वेट करनी पेगी, एक क्वेश्चन हुण दिमाग च आ गया, वो हल करना है तुसीं। नो डाउट सर, चलो कोई गल नहीं, लास्ट क्वेश्चन, बिल्कुल लास्ट क्वेश्चन तुहाडे वास्ते है, क्यूब रूट का ही दे रहे हैं, जल्दी जल्दी सॉल्व करके आंसर दे दिया जे। हाँ जी गाइज, एक लास्ट क्वेश्चन जो तुहाडी स्क्रीन के उपर डिस्प्ले हो गया होगा। हाँ जी गाइज, पेड कोर्स जो है वो तुहानू 2 दिन की डैमो क्लास तो बाद स्टार्ट हो जाएगा। ऐप का जो लिंक है वो WhatsApp ग्रुप के शेयर हो जाएगा, तो तुसी ऐप जी डाउनलोड करनी है,
ਕਿਹੜਾ ਕੋਰਸ ਤੁਸੀਂ ਪਰਚੇਸ ਕਰਨਾ ਹੈ ਉਹਦੇ ਤੇ ਕਲਿੱਕ ਕਰਨਾ ਹੈ, ਉਹਦਾ ਜੋ ਫੀਸ ਸਟਰਕਚਰ ਹੋਏਗਾ ਤੁਹਾਡੇ ਸਾਹਮਣੇ ਆ ਜਾਏਗਾ। ਤੁਸੀਂ ਆਦੀ ਫੀਸ ਆਨਲਾਈਨ ਪੇ ਕਰਨੀ ਹੈ, ਦੈਨ ਤੁਹਾਨੂੰ ਕੀ ਹੈ ਡੇਲੀ ਦਾ ਜਿਹੜਾ ਉਹ ਆਨਲਾਈਨ ਕਲਾਸ ਦਾ ਜਿਹੜਾ ਲਿੰਕ ਹੈ ਉਹ ਸ਼ੇਅਰ ਹੋ ਜਾਇਆ ਕਰੇਗਾ ਔਰ ਉਹ ਜਿਹੜੀ ਐਪ ਦੇ ਵਿੱਚ ਹੀ ਚੱਲੇਗੀ। ਕਲੀਅਰ। ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਇਸ ਚੀਜ਼ ਦਾ ਮੈਂ ਪ੍ਰੋਮਿਸ ਤੁਹਾਨੂੰ ਦੇ ਸਕਦਾ ਕਿ ਕੋਚਿੰਗ ਪੂਰੀ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਡਾਊਟ ਹੈ ਉਹ ਕਿਸੇ ਸਬਜੈਕਟ ਦਾ ਨਹੀਂ ਰਹੇਗਾ, ਇੰਨਾ ਮੇਰਾ ਪ੍ਰੋਮਿਸ ਹੈ। वेरी गुड अमित कुमार, बिल्कुल 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 सही दे रहे हो आंसर। हाँ जी गाइस आंसर आ रहे हैं जी, बिल्कुल। मनप्रीत कंबोज ने डिलीट करता आंसर। अमित कुमार 114 दे रहे हैं, भजन लाल 114 दे रहे हैं। बिल्कुल 114। बिल्कुल जी 114 आंसर बिल्कुल सही है। किवें सॉल्व किया देखो, आप क्यूब रूट हल करने सीगे, क्यूब रूट ਨੂੰ हल करने का मैथड ਜਿਹੜਾ ਆਪਾਂ ਨੂੰ ਆਂਦਾ ਹੈ, ठीक है जी। ਤਾਂ ਲਾਸਟ ਤੇ ਕੀ ਪਿਆ ਹੋਇਆ 6 ਤੇ 6 ਆਪਾਂ ਚੈੱਕ ਕਰੀਏ ਤਾਂ 6 ਇੱਥੇ ਪਿਆ ਹੋਇਆ ਹੈ। दैट मीन्स ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ 6 ਆਏਗਾ। 3 ਡਿਜਿਟ ਸੈਪਰੇਟ ਕਰਨ ਤੋਂ ਬਾਅਦ ਆਪਣੇ ਕੋਲ ਅੱਗੇ ਕੀ ਬਚਿਆ 97। ਅੱਗੇ ਕੀ ਹੈ 97। ਤਾਂ 97 ਕਿੰਨੇ ਤੋਂ ਕਿੰਨੇ ਵਿਚਕਾਰ ਆ ਰਿਹਾ ਹੈ ਗਾਇਸ? 97 ਜਿਹੜਾ ਆਪਾਂ ਨੂੰ ਪਤਾ ਹੈ ਉਹ 64 ਤੋਂ 125 ਦੇ ਵਿਚਕਾਰ ਆ ਰਿਹਾ ਹੈ। ਤਾਂ ਛੋਟਾ ਨੰਬਰ ਕੀ ਗਿਆ 4, ਤਾਂ ਆਪਾਂ ਕੀ ਲਿਖ ਲਿਆ 46। ਬਿਲਕੁਲ ਬਿਲਕੁਲ ਸਹੀ ਨੇ ਜੀ ਆਨਸਰ ਤੁਹਾਡੇ 175। ਅੱਗੇ ਫਿਰ ਆਪਣੇ ਕੋਲ 6 ਪਿਆ ਹੈ ਤਾਂ 6 ਆਪਾਂ ਨੂੰ ਪਤਾ ਹੈ ਕਿ 6 ਦੇ ਪਿੱਛੇ ਹੀ ਆਂਦਾ ਹੈ। ਅੱਗੇ ਆਪਣੇ ਕੋਲ ਬਚ ਜਾਏਗਾ 175। 175 ਕਿੰਨੇ ਤੋਂ ਕਿੰਨੇ ਵਿਚਕਾਰ ਆ ਰਿਹਾ ਹੈ 125 ਤੇ 216 ਦੇ ਵਿਚਕਾਰ ਆ ਰਿਹਾ, मतलब ਛੋਟਾ ਨੰਬਰ ਕੀ ਆ ਜਾਏਗਾ 5। ਕਲੀਅਰ। और 1728 ਦਾ ਮੈਨੂੰ ਥੋੜਾ ਜਿਹਾ ਯਾਦ ਹੀ ਹੈ ਕਿ ਇਹ 12 ਦਾ ਕਿਊਬ ਹੁੰਦਾ ਹੈ। ਤਾਂ 46 + 56 + 12 ਕਰੀਏ ਤਾਂ ਆਪਣੇ ਕੋਲ ਕੀ ਆਂਦਾ ਜੀ 114 ਆਂਦਾ ਹੈ। 114 ਆਂਦਾ है। हाँ जी गाइस डन। ਚਲੋ ਬਾਕੀ ਪੇਡ ਕੋਰਸ ਦੀ ਜਿਹੜੀ ਹੈ ਉਹ ਇਨਫੋਰਮੇਸ਼ਨ ਤੁਹਾਨੂੰ ਕਿਹਾ ਕਿ ਤੁਸੀਂ ਐਪ ਜਿਹੜੀ ਹੈ ਉਹ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਰਾਹਤ ਇੰਸਟੀਚਿਊਟ ਦੇ ਨਾਮ ਤੋਂ ਤੁਹਾਨੂੰ ਜਿਹੜੀ ਐਪ ਹੈ ਉਹ ਪਲੇ ਸਟੋਰ ਤੋਂ ਵੀ ਮਿਲ ਜੇਗੀ। ਅਦਰਵਾਈਜ਼ ਜਿਹੜਾ ਲਿੰਕ ਹੈ ਉਹ ਤੁਹਾਡੇ WhatsApp ਗਰੁੱਪਸ ਦੇ ਵਿੱਚ ਵੀ ਸ਼ੇਅਰ ਹੋ ਜਾਏਗਾ। ਠੀਕ ਹੈ ਜੀ, ਸਾਰੀ ਦੀ ਸਾਰੀ ਇਨਫੋਰਮੇਸ਼ਨ ਉਹਦੇ ਵਿੱਚ ਹੋਏਗੀ। ਅਦਰਵਾਈਜ਼ ਤੁਸੀਂ ਜਿਹੜੇ ਆਪਣੇ ਦਿੱਤੇ ਨੰਬਰ ਤੁਹਾਡੇ ਅੱਗੇ ਸਕਰੀਨ ਤੇ ਡਿਸਪਲੇ ਹੋ ਹੀ ਰਹੇ ਨੇ, ਕਲੀਅਰ। ਉਹ ਨੰਬਰਸ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਕੋਈ ਵੀ ਜਿਹੜੀ ਇਨਕੁਆਇਰੀ ਆ ਉਹ ਤੁਸੀਂ ਲੈ ਸਕਦੇ ਹੋ। ਠੀਕ ਹੈ, ਕੋਈ ਚੀਜ਼ ਦਾ ਵੀ ਡਾਊਟ ਜਿਹੜਾ ਉਹ ਨਹੀਂ ਰਹਿਣਾ ਚਾਹੀਦਾ। ਤਾਂ ਅੱਛਾ ਇੱਕ ਚੀਜ਼ ਹੋਰ, ਅਸੀਂ ਇੱਕ ਸ਼ਾਰਟ ਜਿਹਾ ਬੈਚ ਜਿਹੜਾ ਸਟਾਰਟ ਕਰਨਾ ਹੈ ਉਹ ਸਪੈਸ਼ਲ ਆਰਮੀ ਜੀਡੀ ਦਾ ਜਿਹੜਾ ਬੈਚ ਆ ਉਹ ਸਟਾਰਟ ਕਰਨਾ ਆਪਾਂ, ਕਲੀਅਰ। ਇਹ ਬੈਚ ਜਿਹੜਾ ਹੋਏਗਾ ਦੇਖੋ ਜਿਹੜਾ ਐਗਜ਼ਾਮ ਮੈਨ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਸੀ ਉਹ